सुकहो टल गुर सेविय अहनिस सहज सुपाए। दर्शन परस्यै गुरु कै जन्म मरण दुख जाय। होवै सिवत खसामदी नूर अरसों कुरसों चट्टी है। तुद डिठै सच्चे पातशाह मल जन्म जन्म दी। सज्जन सच्चा पातशाह सिर साहां दे शाह। जिस पास बैठिया सोही है सबना दा वेसाह। सतनाम श्री वाहिगुरु साहिब जी। जो हम बांधे मोह फास हम प्रेम बदन तुम बाधे। अपने शूटन को जतन करहो हम शूटे तुम आराधे। जो हम बांधे मोह फास हम प्रेम बदन तुम बाधे। अपने शूटन को जतन करहो हम शूटे तुम आराधे। माधवी जानत हो जैसी तैसी अब कहाँ करहोगे ऐसी। रहाओ मीन पकड़ फांक्यो अर काट्यो। रांद कियो बहुबानी खंड खंड कर भोजन कीनो। तऊ न बिसरियो पानी आपन बापा नाहे किसी को। पावन को हर राजा मोह पटल सब जगत व्याप्यो। भगत नहीं संतापा कहे रविदास भगत एक बाडी। अब एह कास्यो कहिया जा कारण हम तुम्हें आराधे। सो दुख अजहु सहिया कहे रविदास भगत एक बाडी। अब एह कास्यो कहिया जा कारण हम तुम्हें आराधे। सो दुख अजहु सहिया। वाहिगुरु जी का खालसा वाहिगुरु जी की फतेह। सर्व कला समर्थ सर्व सुखां दे दाते सतगुरु चवर छत्र तख्त दे मालक बाणी दे बोहित अते ब्रह्म ज्ञान दे सागर साहिब श्री गुरु ग्रंथ साहिब जी की पावन पवित्र हजूरी विच सुभाईमान गुरबाणी कीर्तन श्रवण करदे आं। परम पिता वाहिगुरु जी के प्यार में जुड़ बैठी गुरु सवारी साध संगत जीओ। वाहिगुरु जी का खालसा वाहिगुरु जी की फतेह। वाहिगुरु जी की बख्शिश हुई है जिथे अमृत वेले सचखंड श्री दरबार साहिब जी के दर्शन दीदार करने का सुभाग प्राप्त होया है। जो पवित्र मुखवाक श्री हरमंदिर साहिब जी तो सतगुरु जी ने बख्शिश किया है
ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਵਿਖੇ ਅਤੇ ਘਰਾਂ 'ਚ ਜੁੜ ਬੈਠੇ ਸਮੂਹ ਮਾਈ ਭਾਈ ਸਤਸੰਗੀ ਜਨੋਂ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੱਜ ਦਾ ਜੋ ਪਵਿੱਤਰ ਮੁਖ ਵਾਕ ਪ੍ਰਾਪਤ ਹੋਇਆ ਹੈ ਉਹ ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਆਪਣੇ ਮੁਲਕ ਦੇ ਅੰਦਰ ਜਦੋਂ ਇੱਥੋਂ ਦੇ ਹੁਕਮਰਾਨ ਗੈਰ ਜ਼ਿੰਮੇਵਾਰ ਬਣ ਗਏ, ਆਪਣੇ ਮੂਲਕ ਫਰਜ਼ਾਂ ਤੋਂ ਅਵੇਸਲੇ ਹੋ ਗਏ, ਪ੍ਰਜਾ ਨੂੰ ਲੁੱਟਣਾ ਕੁੱਟਣਾ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲਿਆ, ਤੇ ਇੱਥੋਂ ਦੇ ਧਾਰਮਿਕ ਲੋਕ ਜਿਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ 'ਚ ਰੱਖ ਕੇ ਕੇਵਲ ਧਰਮ ਦੇ ਨਾਂ 'ਤੇ ਡਿਵਾਈਡ ਐਂਡ ਰੂਲ, ਜਾਤ ਪਾਤ ਦੇ ਨਾਂ 'ਤੇ ਊਚ ਨੀਚ ਦੇ ਨਾਂ 'ਤੇ ਵੰਡ ਵਰਤ ਕੇ ਅਗਿਆਨਤਾ 'ਚ ਰੱਖਣਾ ਸ਼ੁਰੂ ਕੀਤਾ, ਉਦੋਂ ਆਪਣੇ ਮੁਲਕ 'ਤੇ ਬਾਹਰੀ ਹਮਲਾਵਰ ਹੋਣੇ ਸ਼ੁਰੂ ਹੋ ਗਏ। ਬਾਹਰੀ ਹਮਲਾਵਰਾਂ ਨੇ ਤੇ ਲੋਕਾਂ ਨੂੰ ਲੁੱਟਣਾ ਹੀ ਸੀ। ਇੱਥੋਂ ਦੇ ਰਜਵਾੜੇ ਵੀ ਅਜਿਹੇ ਹੀ ਸਨ, ਇੱਥੋਂ ਦੇ ਧਾਰਮਿਕ ਲੋਕਾਂ ਦੀ ਸੋਚ ਵੀ ਅਜਿਹੀ ਸੀ। ਅਜਿਹੇ ਸਮੇਂ ਦੇ ਅੰਦਰ ਭਾਰਤ ਦੀ ਧਰਤੀ 'ਤੇ ਇੱਕ ਲਹਿਰ ਪੈਦਾ ਹੋਈ ਜਿਹਨੂੰ ਆਪਾਂ ਕਹਿੰਦੇ ਭਗਤੀ ਲਹਿਰ। ਭਗਤੀ ਦਾ ਅਰਥ ਤਪੱਸਿਆ ਨਹੀਂ ਹੈ। ਤਪੱਸਿਆ 'ਚ ਮਨੁੱਖ ਆਪਣੇ ਤੱਕ ਸੀਮਿਤ ਰਹਿੰਦਾ ਹੈ, ਆਪਣੇ ਤੋਂ ਅੱਗੇ ਜਾ ਹੀ ਨਹੀਂ ਸਕਦਾ। ਲੇਕਿਨ ਭਗਤੀ ਦਾ ਅਰਥ ਹੁੰਦਾ ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਕਰਨਾ। ਉਸ ਭਗਤੀ ਲਹਿਰ ਦੇ ਮਹਾਨ ਹੀਰੇ ਸੂਰਬੀਰ ਯੋਧੇ ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ। ਕਿਸੇ ਮਹਾਨ ਵਿਅਕਤੀ ਦੀ ਮਹਾਨਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਨੂੰ, ਮਨੁੱਖ ਨੂੰ ਜਾਂ ਸਮਾਜ ਨੂੰ ਕੇਵਲ ਬਾਹਰੋਂ ਹੀ ਨਹੀਂ ਸਗੋਂ ਅੰਦਰੋਂ ਕਿੰਨਾ ਕੁ ਸੁੱਚਾ ਜਿਹਾ ਬਣਾ ਦਿੰਦਾ ਹੈ, ਉਹਦੇ ਅੰਦਰ ਕਿੰਨੀ ਕੁ ਜਾਗਰਤੀ ਪੈਦਾ ਕਰ ਦਿੰਦਾ ਹੈ। ਦੋ ਤਰ੍ਹਾਂ ਦੀ ਜੀਵਨ ਜਾਚ ਹੈ। ਇੱਕ ਹੈ ਪੌੜੀ ਅਵਸਥਾ ਜਿਹਨੂੰ ਆਪਾਂ ਕਹਿੰਦੇ ਹਾਂ ਨਾਮ ਬਰਾਬਰੀ, ਜਾਤ ਪਾਤ ਵਰਨ ਮੰਡ ਊਚ ਨੀਚ। ਇੱਕ ਹੈ ਬਰਾਬਰਤਾ ਵਾਲਾ ਮਾਰਗ। ਮਹਾਨ ਵਿਅਕਤੀ ਦੀ ਇਹ ਮਹਾਨਤਾ ਹੁੰਦੀ ਕਿਉਂਕਿ ਮਨੁੱਖ ਕੇਵਲ ਇਕੱਲਾ ਨਹੀਂ ਹੈ, ਇਕਾਂਗੀ ਨਹੀਂ ਹੈ। ਮਨੁੱਖ ਦਾ ਸੰਬੰਧ ਪਰਿਵਾਰ ਨਾਲ ਹੈ, ਸਮਾਜ ਨਾਲ ਹੈ, ਮੁਲਕ ਦੇ ਨਾਲ ਹੈ। ਜਦੋਂ ਮਨੁੱਖ ਆਪਣੇ ਆਪ ਨੂੰ ਇਕੱਲਾ ਗਿਣਦਾ ਹੈ ਜਾਂ ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹਿੰਦਾ ਹੈ, ਉਹ ਮੋਹ ਦੇ ਬੰਧਨਾਂ 'ਚ ਵੱਜਾ ਹੁੰਦਾ ਹੈ। ਲੇਕਿਨ ਜਦੋਂ ਮਨੁੱਖ ਨੂੰ ਗਿਆਨ ਹੁੰਦਾ ਹੈ, ਉਹਦਾ ਪਰਿਵਾਰ ਨਾਲ, ਸਮਾਜ ਨਾਲ, ਮੁਲਕ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਹੈ। ਤੇ ਜਿਹੜੇ ਮਹਾਨ ਵਿਅਕਤੀ ਨੇ, ਮਹਾਨ ਵਿਅਕਤੀ ਉਹ ਕੇਵਲ ਧਾਰਮਿਕ ਤੌਰ 'ਤੇ ਹੀ ਲੋਕਾਂ ਨੂੰ ਸੇਧ ਨਹੀਂ ਦਿੰਦੇ, ਉਹ ਧਰਮ ਦੇ ਨਾਲ ਮਨੁੱਖ ਨੂੰ ਅੰਦਰੋਂ ਜਾਗਰੂਕ ਕਰਦੇ ਨੇ ਮਨੁੱਖੀ ਬਰਾਬਰਤਾ ਦੇ ਲਈ, ਮੁਲਕ ਦੀ, ਮਨੁੱਖਤਾ ਦੀ ਆਜ਼ਾਦੀ ਦੇ ਲਈ। ਸ੍ਰੀ ਮਨ ਭਗਤ ਰਵਿਦਾਸ ਸਾਹਿਬ ਜੀ ਜਿਨ੍ਹਾਂ ਦੀ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ, 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ ਅੰਕਿਤ ਨੇ। ਉਹਨਾਂ ਦੀ ਸਮੁੱਚੀ ਬਾਣੀ ਪੜ੍ਹੋਗੇ, ਬੜੀ ਜਾਗਰਤੀ ਵਾਲੀ ਬਾਣੀ ਹੈ। ਮੈਂ ਬੇਨਤੀ ਕੀਤੀ ਸੀ ਕਿ ਭਗਤ ਜੀ ਮਹਾਨ ਸੂਰਬੀਰ ਯੋਧੇ ਭਗਤ ਹੋਏ ਨੇ। ਇਹ ਭਗਤ ਕੋ ਮਾਲਾ ਫੇਰਨ ਵਾਲੇ ਜਾਂ ਲੁਕ ਕੇ ਬੈਠਣ ਵਾਲੇ ਭਗਤ ਨਹੀਂ ਸਨ। ਮਾਫ ਕਰਨਾ, ਭਗਤ ਦਾ ਅਰਥ ਕੀ ਹੈ? ਮਤ ਹੁੰਦੀ ਹੋਏ ਇਆਣ, ਤਾਣ ਹੁੰਦੇ ਹੋਏ ਨਿਤਾਣ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਜਿਹੜਾ ਹੈ ਉਹ ਲੋਕਾਂ 'ਚ ਆਪਣੇ ਆਪ ਨੂੰ ਵੰਡ ਦਿੰਦਾ ਹੈ। ਭਗਤ ਆਪਣੀ ਖਾਤਰ, ਮਨੁੱਖਤਾ ਦੀ ਖਾਤਰ, ਮਨੁੱਖਤਾ ਦੀ ਆਜ਼ਾਦੀ ਦੀ ਖਾਤਰ ਬੜੇ ਸੰਘਰਸ਼ ਭਗਤਾਂ ਨੂੰ ਕਰਨੇ ਪਏ। ਭਗਤਾਂ ਨੂੰ ਬੜੀ ਵਿਰੋਧਤਾ, ਬੜੇ ਜ਼ੁਲਮ ਵੀ ਸਹਿਣੇ ਪਏ। ਬਨਾਰਸ ਦੀ ਧਰਤੀ, ਗੰਗਾ ਦੇ ਕੰਢੇ ਤੋਂ ਸਮੇਂ-ਸਮੇਂ 'ਤੇ ਕਈ ਲਹਿਰਾਂ ਚੱਲੀਆਂ। ਕੁਝ ਉਹ ਲਹਿਰ ਜਿਹਨੂੰ ਆਪਾਂ ਜਾਤ ਪਾਤ ਕਹਿੰਦੇ, ਮਨੂਵਾਦੀ ਸੋਚ ਦੇ ਅਧੀਨ ਚੱਲੀ, ਜਿਹਨੇ ਸਮਾਜ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ ਔਰ ਜਿਹਦਾ ਅਜੇ ਵੀ ਅਸਰ ਹੈ ਸਾਡੇ ਮੁਲਕ 'ਤੇ ਵੱਧਦਾ ਜਾ ਰਿਹਾ ਹੈ। ਔਰ ਮਨੂਵਾਦ ਜਿਹੜਾ ਜ਼ੋਰ ਪਕੜ ਰਿਹਾ ਹੈ, ਜਾਤ ਪਾਤ ਦੇ ਨਾਂ 'ਤੇ ਲੋਕਾਂ ਦੇ ਵਿੱਚ ਵੰਡ, ਲੋਕਾਂ ਦੇ ਵਿੱਚ ਵਿਤਕੇਬਾਜ਼ੀ ਖੜੀ ਕਰਨੀ। ਔਰ ਉਸੇ ਹੀ ਗੰਗਾ ਦੇ ਕੰਢੇ ਤੋਂ ਇਹ ਭਗਤੀ ਲਹਿਰ ਵੀ ਚੱਲੀ, ਜਿੱਥੇ ਭਗਤ ਰਵਿਦਾਸ ਸਾਹਿਬ ਜੀ ਪ੍ਰਗਟ ਹੋਏ, ਜਿੱਥੇ ਬਾਬਾ ਕਬੀਰ ਸਾਹਿਬ ਜੀ ਆਏ, ਬਾਬਾ ਰਾਮਾਨੰਦ ਜੀ ਆਏ। ਉਹਨਾਂ 'ਚੋਂ ਮਹਾਨ ਯੋਧੇ ਬਾਬਾ ਕਬੀਰ ਸਾਹਿਬ ਜੀ, ਬਾਬਾ ਰਾਮਾਨੰਦ ਜੀ, ਬਾਬਾ ਰਵਿਦਾਸ ਸਾਹਿਬ ਜੀ, ਜਿਨ੍ਹਾਂ ਦੀ ਬੜੀ ਇਨਕਲਾਬੀ ਬਾਣੀ ਹੈ, ਸੂਰਬੀਰ ਯੋਧਿਆਂ ਵਾਲੀ ਬਾਣੀ ਹੈ। ਉਹਨਾਂ ਦੀ ਸਮੁੱਚੀ ਬਾਣੀ ਦੇਖੋਗੇ, ਉਹਦੇ 'ਚ ਪ੍ਰੇਮਾ ਭਗਤੀ ਬੜੀ ਭਾਰੂ ਹੈ। ਪ੍ਰੇਮਾ ਭਗਤੀ ਦਾ ਅਰਥ ਇਹ ਨਹੀਂ ਹੈ ਕਿ ਆਪਾਂ ਲੋਕਾਂ ਤੋਂ ਡਰਨਾ ਹੈ। ਪ੍ਰੇਮ ਤੇ ਮੋਹ ਵਿੱਚ ਕੀ ਫਰਕ ਹੈ? ਅੱਜ ਦਾ ਜੋ ਪਵਿੱਤਰ ਮੁਖ ਵਾਕ ਹੈ, ਇੱਥੇ ਦੋਵਾਂ ਹੀ ਜਜ਼ਬਿਆਂ ਦਾ ਜ਼ਿਕਰ ਭਗਤ ਜੀ ਨੇ ਕੀਤਾ ਹੈ। ਵਾਹਿਗੁਰੂ ਜੀ ਨੇ ਸਾਡਾ ਜਿਹੜਾ ਸਰੀਰ ਬਣਾਇਆ ਹੈ, ਇਹ 5 ਤੱਤਾਂ ਦਾ ਬਣਿਆ ਹੈ। ਇਸ ਸਰੀਰ ਦੇ ਅੰਦਰ ਇੱਕ ਜਿਹਨੂੰ ਆਪਾਂ ਅੰਦਰੂਨੀ ਭੀਤਰੀ ਇੰਦਰਾ ਕਹਿੰਦੇ ਆ, ਜਿਹਨੂੰ ਮਨ ਕਹਿੰਦੇ, ਜਿਹਦੇ ਭੇਦ ਨੇ ਸੁਰਤ, ਮਤ, ਮਨ, ਬੁੱਧ। ਔਰ ਮਨ ਵਿੱਚ 5 ਜਜ਼ਬੇ ਨੇ ਜਿਹਨੂੰ ਆਪਾਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ।
ਜਿਹੜੇ ਲੋਕ ਕਹਿੰਦੇ ਕਿ ਖਤਮ ਹੋ ਜਾਣੇ ਚਾਹੀਦੇ ਨੇ, ਇਹ ਨਹੀਂ ਹੋਣੇ ਚਾਹੀਦੇ, ਬਿਲਕੁਲ ਅਗਿਆਨੀ ਨੇ। ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਇਹ ਜਜ਼ਬੇ ਬੀਜ ਨੇ, ਬੀਜ ਤੋਂ ਅੱਗੇ ਦਰਖਤ ਬਣਦਾ ਹੈ। ਗੱਲ ਮੋਹ ਦੀ ਚੱਲ ਰਹੀ ਹੈ। ਮੋਹ ਹੀ ਹੈ ਜਿਹਦੇ ਤੋਂ ਅੱਗੇ ਪ੍ਰੇਮ ਨੇ ਪ੍ਰਬਲ ਹੋਣੇ। ਜੇ ਮੋਹ ਨਾ ਹੋਏ, ਦੇਖੋ ਮਾਂ ਪਿਓ ਬੱਚੇ ਨੂੰ ਕਿਉਂ ਪਾਲਣਾ? ਜੇ ਮੋਹ ਨਾ ਹੋਏ ਤਾਂ ਅਸੀਂ ਕੰਮਕਾਰ ਹੀ ਨਾ ਕਰੀਏ। ਮੋਹ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਕੁਰਬਾਨ ਕੀਤਾ ਤਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਪਰ ਬੀਜ ਦਾ ਫਰਜ਼ ਹੈ ਦਰਖਤ ਬਣਨਾ। ਬੀਜ ਬੀਜ ਹੀ ਰਹਿ ਜਾਏ ਤੇ ਉਹ ਕਿਸੇ ਅਰਥ ਨਹੀਂ ਹੈ। ਮੋਹ ਪਿਆਰ 'ਚ ਕਦੋਂ ਬਣੇਗਾ? ਮੋਹ ਜਿਹੜਾ ਹੈ ਉਹਨੂੰ ਪਿਆਰ 'ਚ ਬਦਲਣਾ ਹੈ, ਮਾਰਨਾ ਨਹੀਂ ਹੈ, ਪਿਆਰ 'ਚ ਉਹਨੂੰ ਬਦਲਣਾ ਹੈ। ਜੇ ਬੰਦਾ ਕੇਵਲ ਮੋਹ ਦੇ ਅੰਦਰ ਹੈ, ਮੋਹ 'ਚ ਮਨੁੱਖ ਲੈਣਾ ਹੀ ਜਾਣਦਾ ਹੈ। ਮੋਹ 'ਚ ਮਨੁੱਖ ਕੇਵਲ ਆਪਣੇ ਤੱਕ, ਆਪਣੇ ਪਰਿਵਾਰ ਤੱਕ ਸੀਮਿਤ ਰਹਿੰਦਾ ਹੈ। ਮੋਹ ਦੇ ਵਿੱਚ ਮਨੁੱਖ ਦੇ ਅੰਦਰੋਂ ਮਨੁੱਖਤਾ ਹੀ ਖਤਮ ਹੁੰਦੀ ਚਲੀ ਜਾਂਦੀ ਹੈ, ਇਨਸਾਨੀਅਤ ਮਿਟਦੀ ਚੱਲਦੀ ਹੈ। ਇਹ ਮੋਹ ਹੈ ਜਿਹਦੇ ਅਧੀਨ ਮਨੁੱਖ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਵੱਧ ਸਕਦਾ। ਉਹ ਆਪਣੇ ਪਰਿਵਾਰ ਦੀ ਖਾਤਰ ਭਾਵੇਂ ਨਲਾਇਕ ਹੀ ਔਲਾਦ ਹੋਏ ਨਾ, ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਮੋਹ ਵਸ ਆਪਣੀ ਨਲਾਇਕ ਔਲਾਦ ਕਰਕੇ ਸਮਾਜ ਨੂੰ ਬਰਬਾਦ ਕਰ ਦਿੱਤਾ, ਮੁਲਕ ਨੂੰ ਬਰਬਾਦ ਕਰਤਾ। ਦੂਜੇ ਲੋਕ ਚੰਗੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ, ਬਗਾਨੇ ਜਿਹੜੇ ਲਾਇਕ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਆਪਣਿਆਂ ਦੀ ਖਾਤਰ ਸਭ ਕਰੀ ਜਾਣਾ, ਇਹ ਮੋਹ ਹੈ, ਮੋਹ ਬੰਧਨ ਹੈ। ਮੋਹ ਮਨੁੱਖ ਨੂੰ ਤੇ ਬਰਬਾਦ ਕਰਦਾ ਹੀ ਹੈ। ਮੋਹ ਵਾਲਾ ਮਨੁੱਖ ਸਮਾਜ ਨੂੰ ਵੀ ਬਰਬਾਦ ਕਰਦਾ ਹੈ, ਉਹ ਸਿਸਟਮ ਨੂੰ ਬਰਬਾਦ ਕਰ ਦਿੰਦਾ ਹੈ। ਇਸ ਕਰਕੇ ਮੋਹ ਦੀ ਗੱਲ ਗੁਰਬਾਣੀ 'ਚ ਵੱਡੇ ਪੱਧਰ ਤੇ ਕੀਤੀ ਹੈ। ਅਜਿਤ ਸੂਰ ਸੰਗਰਾਮੰ ਅਤ ਬਲਨਾਮੋ ਮਰਦਣੇ ਗਣ ਗੰਧਰਵ ਦੇ ਮਾਨੁਖੋਂ ਪਸ਼ੂ ਪੰਖੀ ਬੇਮੋਹ ਨੇ। ਕਹਿਣ ਗਿਆ ਮੋਹ ਤੂੰ ਬੜਾ ਬਲਵਾਨ ਹੈ, ਵੱਡੇ ਵੱਡੇ ਬਲਵਾਨ ਲੋਕਾਂ ਨੂੰ ਤੂੰ ਮਲ ਦਿੰਦਾ, ਭਾਵੇਂ ਗਣ ਦੇ ਗੰਧਰਵ ਨੇ, ਪਸ਼ੂ ਨੇ, ਪੰਛੀ ਨੇ, ਦੇਵਤੇ ਨੇ, ਸਾਰਿਆਂ ਦੇ ਉੱਪਰ ਇਹ ਮੋਹ ਜਿਹੜਾ ਭਾਰੂ ਹੋ ਜਾਂਦਾ ਹੈ। ਜਦੋਂ ਮਨੁੱਖ ਮੋਹ ਦੇ ਅਧੀਨ ਹੋਵੇ, ਉਹਨੂੰ ਆਪਣੇ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹ ਆਪਣੇ ਤੱਕ ਹੀ ਸੀਮਿਤ ਰਹਿੰਦਾ ਹੈ। ਆਪਣੀਆਂ ਮਾੜੀਆਂ ਚੀਜ਼ਾਂ ਨੂੰ ਚੰਗੇ ਬਣਾਈ ਜਾਏਗਾ, ਆਪਣੇ ਮਾੜੇ ਨਕੰਮੇ ਲੋਕਾਂ ਨੂੰ ਵੀ ਉਹ ਚੰਗੇ ਗਿਣੀ ਜਾਏਗਾ, ਦੂਜੇ ਚੰਗਿਆਂ ਨੂੰ ਵੀ ਉਹ ਮਾੜਾ ਗਿਣੀ ਜਾਏਗਾ। ਮੋਹ ਹਮੇਸ਼ਾ ਨੁਕਸਾਨਦਾਇਕ ਹੈ। ਗੁਰਬਾਣੀ ਨੇ ਇਸ ਮੋਹ ਨੂੰ ਪ੍ਰੇਮ ਵਿੱਚ ਬਦਲਣ ਦੀ ਗੱਲ ਕਹੀ ਹੈ। ਜਿੰਨਾ ਚ ਮੋਹ ਚ ਰਵਾਂਗੇ ਉਹਨਾਂ ਚਿਰ ਅਸੀਂ ਅੰਦਰੋਂ ਟੁੱਟਦੇ ਰਵਾਂਗੇ, ਦੁਖੀ ਰਵਾਂਗੇ। ਭਾਵੇਂ ਦੁਨੀਆ ਦੀ ਦੌਲਤ ਸਾਡੇ ਕੋਲ ਆ ਜਾਏ, ਦੁਨੀਆ ਦੀਆਂ ਰਾਜਗੱਦੀਆਂ ਸਾਡੇ ਕੋਲ ਆ ਜਾਣ, ਅਸੀਂ ਕਦੀ ਸੁਖੀ ਨਹੀਂ ਹੋ ਸਕਦੇ। ਸੁਖ ਤੇ ਉਦੋਂ ਮਿਲਣਾ ਹੈ ਜਦੋਂ ਮੋਹ ਪ੍ਰੇਮ ਵਿੱਚ ਕਨਵਰਟ ਹੋ ਜਾਏਗਾ, ਪ੍ਰੇਮ ਦਾ ਰੂਪ ਬਣ ਜਾਏਗਾ। ਆਪਣਿਆਂ ਦੇ ਨਾਲ ਲਗਾਓ ਰੱਖਣਾ ਇਹ ਮੋਹ ਹੈ। ਆਪਣਿਆਂ ਤੋਂ ਉੱਚੇ ਉੱਠ ਕੇ ਜਿਵੇਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ, ਇਵੇਂ ਹੋਰਨਾਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਰਗਾ ਸਮਝਣਾ, ਸਮੁੱਚੇ ਸੰਸਾਰ ਨੂੰ ਆਪਣੇ ਵਰਗਾ ਸਮਝਣਾ, ਇਹ ਪਿਆਰ ਹੈ। ਇਹ ਪਿਆਰ ਕਿਵੇਂ ਪ੍ਰਗਟ ਹੁੰਦਾ ਹੈ? ਬਾਬਾ ਰਵਿਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਜਿੱਥੇ ਪਿਆਰ ਦਾ ਜ਼ਿਕਰ ਕੀਤਾ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਜੋ ਤਮ ਚੰਦਨ ਜੋ ਤਮ ਗਿਰਵਰ ਤਉ ਹਾਂ ਮੋਰਾ, ਤਉ ਜੋ ਤਮ ਚੰਦ ਤੋਂ ਪਏ ਹੈ ਚਕੋਰਾ। ਇਹ ਉਦਾਹਰਣਾਂ ਦਿੱਤੀਆਂ ਨੇ ਪ੍ਰਮਾਤਮਾ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਇਹ ਪਿਆਰ ਪ੍ਰਬਲ ਕਿਵੇਂ ਹੁੰਦਾ ਹੈ, ਪੈਦਾ ਕਿਵੇਂ ਹੁੰਦਾ ਹੈ। ਕਿਉਂਕਿ ਜੇ ਅਸੀਂ ਪਰਿਵਾਰ ਤੱਕ ਸੀਮਤ ਹਾਂ, ਦੁਨੀਆ ਤੱਕ ਸੀਮਤ ਹਾਂ, ਉਹਨਾਂ ਚਿਰ ਅਸੀਂ ਅੰਦਰੋਂ ਮਿਟਦੇ ਜਾਵਾਂਗੇ, ਮੁੱਕਦੇ ਚਲੇ ਜਾਵਾਂਗੇ, ਇਨਸਾਨੀਅਤ ਮਰਦੀ ਚਲੀ ਜਾਏਗੀ, ਪਰਿਵਾਰ ਸਮਾਜ ਕਮਜ਼ੋਰ ਹੁੰਦਾ ਜਾਏਗਾ। ਪਰ ਇਹ ਮੋਹ ਪਿਆਰ ਕਦੋਂ ਕਨਵਰਟ ਹੁੰਦਾ ਹੈ? ਜਦੋਂ ਅਸੀਂ ਸਤ ਸੰਗਤ ਨਾਲ ਜੁੜਦੇ ਹਾਂ। ਇੱਕ ਗੱਲ ਤੇ ਸੱਚ ਹੈ, ਪਰਮਾਤਮਾ ਨੂੰ ਪ੍ਰਾਪਤ ਕੀਤਾ ਹੀ ਪਿਆਰ ਨਾਲ ਜਾ ਸਕਦਾ ਹੈ। ਮੋਹ ਦੇ ਵਿੱਚ ਰਹਿ ਕੇ ਬੰਦਾ ਕਦੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਮਤਾਂ ਸੋਚਣਾ ਘਰ ਛੱਡ ਦੇਵਾਂਗੇ ਤੇ ਮੋਹ ਤੋਂ ਮੁਕਤ ਹੋ ਜਾਵਾਂਗੇ, ਇਹ ਬੜਾ ਵੱਡਾ ਭੁਲੇਖਾ ਹੈ। ਫਲਾਣਾ ਜੀ ਘਰ ਛੱਡ ਕੇ ਨਾ, ਪਰਿਵਾਰ ਛੱਡ ਕੇ ਤੇ ਭਗਤ ਹੀ ਬਣ ਗਈ, ਸੰਤੀ ਬਣ ਗਿਆ। ਦੇਖੋ ਇੱਕ ਗ੍ਰਸਤੀ ਬੰਦਾ ਤੇ ਪਰਿਵਾਰ ਤੱਕ ਹੀ ਸੀਮਤ ਹੈ ਨਾ, ਉਹ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਹੈ, ਉਹਦਾ ਹੱਕ ਹੈ। ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਮਿਹਨਤ ਕਰਦਾ ਹੈ, ਘਰ ਬਣਾਉਣ ਲਈ ਮਿਹਨਤ ਕਰਦਾ, ਉਹਦਾ ਹੱਕ ਹੈ। ਲੇਕਿਨ ਜਿਹੜੇ ਕਹਿੰਦੇ ਘਰ ਛੱਡ ਗਏ, ਉੱਥੇ ਇੱਕ ਬੱਚੇ ਨੂੰ ਉਹਨੂੰ 100 ਚੇਲੇ ਪਾਲਣ ਦੀ ਚਿੰਤਾ ਹੈ, ਉਹ ਤੇ ਜ਼ਿਆਦਾ ਮੋਹ 'ਚ ਵੱਧ ਗਏ ਨਾ। ਉਹਨਾਂ ਨੂੰ ਇੱਕ ਘਰ ਨਹੀਂ, ਉਹ ਤੇ ਕਹਿੰਦੇ ਫਲਾਣਾ ਵੀ ਥਾਂ ਸਾਨੂੰ ਮਿਲ ਜੇ, ਫਲਾਣਾ ਵੀ ਸਾਨੂੰ ਮਿਲ ਜੇ, ਉੱਥੇ ਜਾ ਕੇ ਲੜਦੇ ਨੇ। ਉਹ ਤੇ ਮੋਹ ਦੇ ਬੰਧਨਾਂ 'ਚ ਬਹੁਤੇ ਵੱਜ ਗਏ, ਉਹ ਗ੍ਰਸਤੀ ਨਾਲੋਂ ਵੀ ਜ਼ਿਆਦਾ ਵੱਜ ਗਏ। ਗ੍ਰਸਤੀ ਦਾ ਹੱਕ ਹੈ ਪਰਿਵਾਰ ਨੂੰ ਪਾਲਣਾ, ਉਹਦੇ ਲਈ ਮਿਹਨਤ ਕਰਨਾ। ਪਰ ਗ੍ਰਸਤੀ ਪਰਿਵਾਰ 'ਚ ਰਹਿੰਦਾ, ਕਈ ਵਾਰੀ ਮੋਹ ਉੱਚਾ ਉੱਠ ਕੇ ਮਾਨਵਤਾ ਨੂੰ ਪਿਆਰ ਕਰਦਾ। ਜਿਹੜੇ ਲੋਕੀ ਘਰ ਬਾਹਰ ਛੱਡ ਕੇ ਕਹਿੰਦੇ ਜੰਗਲਾਂ 'ਚ ਬੈਠ ਕੇ ਉਹ ਤੇ ਟੁੱਟੀ ਛੰਨ ਨਾਲ ਹੀ ਪਿਆਰ ਪਾ ਪੈਂਦੇ ਨੇ, ਉੱਥੋਂ ਮੋਹ 'ਚ ਹਿਲਦੇ ਹੀ ਨਹੀਂ ਹੈ। ਇਸ ਕਰਕੇ ਮੋਹ ਘਰ ਛੱਡਿਆ ਨਹੀਂ ਮਿਟਦਾ। ਮੋਹ ਕੇਵਲ ਜੰਗਲਾਂ 'ਚ ਬੈਠਿਆਂ ਜਾਂ ਦੁਨੀਆ ਤੋਂ ਵੱਖਰੇ ਹੋਇਆਂ ਨਹੀਂ ਮਿਟਦਾ। ਮੋਹ ਨੂੰ ਮੇਟਣ ਦਾ ਇੱਕ ਤਰੀਕਾ ਹੈ, ਬਾਬਾ ਰਵਿਦਾਸ ਸਾਹਿਬ ਜੀ ਨੇ ਦੱਸਿਆ ਹੈ
कि साध संगत बिन भाव ना उपजे, भाव बिन भगत ना होए तेरी। साध संगत बिना परमात्मा नाल प्यार नहीं बनना। देखो कितनी बराबरता की गल है। अपने मुल्क के अंदर जातां पातां दे नां ते लोग वंडे ही सन। अपने मुल्क के अंदर धर्म के नां ते वंडियां पा दित्तियां गईयां, अज भी ने। रब के नां ते वंडियां पा दित्तियां गईयां। वो रब नूं अल्लाह कहना, मैं राम कहना। अल्लाह वाला राम की गल सुन के राजी नहीं, राम वाला अल्लाह की गल सुन के राजी नहीं है। रब के नां ते लड़ाइयां, रब के नां ते वंडियां। इत्थे ही बस नहीं है कि इनू रब का नाम लैण का अधिकार है तो इनू नहीं है। ब्राह्मण रब का नाम लै सकता है, तो जिन्हों इन्हों ने अखौती समाज की वंड के अधीन कहा जी ये सूदर है, गरीबों को कहते जी ये दलित ने, वो रब का नाम ही नहीं ले सकता। गवाहियां पईयां ने कि रब का नाम लैण वालियां दे गले वड़ दिते गए, तुहानूं रब की बंदगी करने का अधिकार नहीं है। गवाहियां पईयां ने गुरु ग्रंथ साहिब जी विच, बाबा नामदेव जी दे बचन, हर खेल तेरे देहोरे आया, भगत करत नामा पकड़ उठाया, हिंदड़ी जात मेरी जाद मराया, छीपे के जन्म काहे को आया। भगत जी कहने बाहर कड़ता कि तू नीवें घर च जन्मे। हर किन्नी सूरबीरता की गल है। अजिहे समाज अंदर बाबा रविदास साहब जी कहते अपन बापे ना ही किसी को, ये किसी दे प्यो दा नहीं है। रब रब समुची मानवता दा साझा है। रब दे नाल जुड़न दा हर किसी दा अधिकार है। रब नूं प्राप्त जरूरी नहीं कि मंदिर जां किसी धर्म स्थान ते बैठ के किया जा सकेगा। उत्ते भावन को हर राजा, उहदे नाल प्यार दी लोड़ है। वो प्यार मनुख दे अंदर पैदा हुंदा है सत संगत राहीं। मोह विच मनुख केवल परिवार तक सीमित रहिंदा है, प्यार विच मनुख समुची मानवता दे नाल सांझ पा लैंदा है। मोह विच मनुख नीवा होई चलिया जांदा है, नीच होई चलिया जांदा है, नीवें तो नीवें कर्म करदा है। ये मोह ही है ना। साडी राजगद्दी नहीं जानी चाहिदी, और राजगद्दियां दे मोह च फस के बंदा लोकां दे पुत्तां नूं बर्बाद करदा है। राजगद्दियां दे मोह च फस के बंदा, तुसीं देखदे ही आ दिल्ली दे बार्डर ते कंडेदार नोकदार वाड़ कट दित्ती गई कि अग्गी ना वध सकण। ये मोह चों ही निकलियां होईयां गल्लां कि लोकां दे राह दे कंडे विछा दिओ, लोकां दे रस्ते बंद कर दिओ। हाकमां दा फर्ज हुंदा है अपने मुल्क दे लोगां नूं प्यार करना, अपने मुल्क दे लोगां नूं संतान बच्चियां वांगू प्यार करना। जिस मुल्क दे हाकम अपने बच्चियां तो मिलण तो ही इन्ने डरन कि साडे तक पहुंच ना जाण, पुलिस दीयां वड़ां खड़ियां कर देण, गोलियां खड़ियां करन, वो हाकम नहीं हुंदे, वो दरअसल नीच लोग हुंदे ने। इस करके बाबा रविदास जी ने अजिहे समय च एक आवाज़ बुलंद की। वो आवाज़ ये सी कि परमात्मा समुची मानवता दा है, परमात्मा दे प्यारे समुची मानवता दे ने। जिहड़े परमात्मा दे प्यार विच जुड़ जांदे ने वो समुची मानवता की गल करदे ने। बाबा रविदास साहब जी अज दे इस पवित्र मुख वाक राहीं जो अमृत वेले सतगुरु जी ने बख्शिश कीता है, सोरठ राग विचों ये पावन शब्द जो गुरु ग्रंथ साहिब जी के पावन अंक 658 ते सुभाएमान है, जो उपदेश सानू दृढ़ करा रहे ने। आओ आपां मिल के भगत जी दे ये अमृत बचन सरवण करिए, गुरु प्यार च जुड़िए, मुख तो सारे उच्चारण करिए जी। सतनाम श्री वाहिगुरु साहिब जी। सतनाम श्री वाहिगुरु साहिब जी। जो हम बांधे मोह फास, हम प्रेम बदन तुम बाधे। भगत रविदास साहब जी उस परम पिता परमात्मा दे नाल गलबात करदियां कहंदे ने, हे वाहिगुरु जी, जे असीं मोह दे बंधनां च बजे होए आ ना, देखो मोह दे बंधन टुट सकते ने, प्यार दे बंधन नहीं टुट सकते। प्यार बड़ा प्रबल है, प्यार बड़ा महान है। प्यार ते इन्ना महान है कि एक थां ते सतगुरु जी ने बचन के मेरी बांधी भगत छड़ावे, बांधी भगत न छूटे मोह। एक समय मोह को गए बांधे, तो फुन मोह पै जवाब ना होए। मोह दे बंधन वाहिगुरु जी दे प्यार जुड़ के टुट सकते हैं, पर प्यार दा अर्थ हुंदा है बिना किसी कामना तो, बिना किसी स्वार्थ तो किसी दे नाल प्यार करना, किसी नाल लगाव करना। प्यार ये नहीं है कि रब जी मैं इन्ने पाठ करांगे ते ऐ दे दिओ, ये तो साडा स्वार्थ है। बाबा फरीद साहब जी ने कहा सी, जान लब तां नेहो क्या, लब तां कूड़ा नेहो। जे लोभ है ना तो समझो प्यार नहीं है। ये ठीक है कि मोह तो बाद ही प्यार प्रबल होता है, मोह आरंभता है, मोह तो बाद प्यार प्रबल होता है, पर मोह तक ही सीमित रहना ये बंधन बन जाता है। जदों असीं
ਨਿਸ਼ਕਾਮ ਹੁੰਦੇ ਚਲੇ ਜਾਂਦੇ ਆ। ਸਤਿਗੁਰੂ ਜੀ ਨੇ ਬਚਨ ਕਿਹਾ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਕੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਸੇਵਾ ਕਰਤ ਹੋਏ ਨੇਹ ਕਾਮੀ ਤਾਂ ਕੋ ਹੋ ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਹੋ ਜਾਣਾ, ਕਾਮਨਾ ਤੋਂ ਉੱਚੇ ਉੱਠ ਜਾਣਾ। ਭਗਤ ਜੀ ਕਹਿੰਦੇ ਹੈ ਵਾਹਿਗੁਰੂ ਜੀ, ਜਦੋਂ ਤੁਸੀਂ ਸਾਨੂੰ, ਅਸੀਂ ਮੋਹ ਦੇ ਬੰਧਨਾਂ 'ਚ ਵਜੇ ਪਏ ਆ ਜਿਹੜੇ ਬੜੇ ਦੁਖਦਾਈ ਨੇ, ਪਰ ਵਾਹਿਗੁਰੂ ਜੀ ਹੁਣ ਅਸੀਂ ਤੁਹਾਨੂੰ ਪਿਆਰ ਦੇ ਬੰਧਨਾਂ 'ਚ ਬੰਧ ਲਿਆ ਹੈ, ਪਿਆਰ ਦੇ ਨਾਲ ਕਾਬੂ ਕਰ ਲਿਆ। ਪਿਆਰ ਕਿੰਨਾ ਪ੍ਰਬਲ ਹੈ। ਆਪਣੇ ਛੂਟਨ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਧੇ। हे ਪ੍ਰਮਾਤਮਾ ਜੀ, ਅਸੀਂ ਤੇ ਤੁਹਾਡਾ ਸਿਮਰਨ ਕਰਕੇ ਛੁੱਟ ਗਏ, ਪਰ ਤੁਸੀਂ ਇਹ ਪਿਆਰ ਦੇ ਬੰਧਨਾਂ ਤੋਂ ਕਿਵੇਂ ਛੁੱਟੋਗੇ? ਪਿਆਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਪਿਆਰ ਇੰਨੀ ਪ੍ਰਬਲ ਚੀਜ਼ ਹੈ ਕਿ ਪਰਮਾਤਮਾ ਵੀ ਭਾਉ ਭਗਤ ਦਾ ਭੁੱਖਾ ਹੈ, ਪਰਮਾਤਮਾ ਵੀ ਪਿਆਰ ਵਿੱਚ ਭਗਤਾਂ ਦਾ ਬੱਝਿਆ ਰਹਿ ਜਾਂਦਾ ਹੈ। ਮਾਧਵੇ ਜਾਨਤ ਹੋ ਜੈਸੀ ਤੈਸੀ। ਭਗਤ ਜੀ ਦਾ ਬੜਾ ਪਿਆਰਾ ਇਹ ਸ਼ਬਦ ਹੈ ਮਾਧਵੇ। ਭਗਤਾਂ ਨੇ ਕਿਤੇ ਪਰਮਾਤਮਾ ਨੂੰ ਮਾਧਵ, ਮਾਇਆ ਦਾ ਪਤੀ, ਕਿਤੇ ਬੀਠਲ, ਕਿਤੇ ਰਾਜਾ, ਹੋਰ ਬੜੇ ਬੜੇ ਪਿਆਰੇ ਬਚਨ ਵਰਤੇ ਪਰਮਾਤਮਾ ਦੇ ਪ੍ਰਤੀ। हे ਵਾਹਿਗੁਰੂ ਜੀ, ਪ੍ਰਭੂ ਜੀ, ਮਾਇਆ ਦੇ ਮਾਲਕ ਪ੍ਰਭੂ ਜੀ, ਤੁਸੀਂ ਜਾਣਦੇ ਹੋ ਜਿਹੋ ਜੀ ਸਾਡੀ ਹਾਲਤ ਹੈ, ਉਸ ਸਾਰੀ ਅਵਸਥਾ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਅਬ ਕਹਾ ਕਰੋਗੇ ਐਸੀ। ਪਰ ਤੁਸੀਂ ਹੁਣ ਦੱਸੋ ਕਿ ਇਹ ਪਿਆਰ ਦੇ ਬੰਧਨਾਂ ਤੋਂ ਕਿਵੇਂ ਬਚੋਗੇ? ਭਾਵ ਤੁਹਾਨੂੰ ਅਸੀਂ ਪਿਆਰ ਦੇ ਨਾਲ ਕਾਬੂ ਕਰ ਲਿਆ, ਤੁਸੀਂ ਪਿਆਰ ਦੇ ਬੰਧਨਾਂ ਤੋਂ ਨਹੀਂ ਬਚੋਗੇ ਔਰ ਸਾਨੂੰ ਮੋਹ ਦੇ ਬੰਧਨਾਂ 'ਚ ਬੱਝੇ ਨਹੀਂ ਰਹਿਣ ਦਿਓਗੇ। ਮੁੜ ਕੇ ਐਵੇਂ ਸਾਨੂੰ ਮੋਹ ਦੇ ਬੰਧਨਾਂ 'ਚ ਨਹੀਂ ਬੰਨੋਗੇ ਤੁਸੀਂ। ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁ ਬਾਨੀ। ਮੀਨ ਮੈਣਾ ਮੱਛੀ ਹੈ। ਮਨੁੱਖ ਨੂੰ ਸਮਝਾਉਣ ਦੇ ਲਈ ਪ੍ਰਕਿਰਤੀ 'ਚ ਬਹੁਤ ਕੁਝ ਹੈ। ਸਿਆਣੇ ਕਹਿੰਦੇ ਜੇ ਮਨੁੱਖ ਨੇ ਸਿੱਖਣਾ ਹੋਏ ਨਾ, ਸਾਰੀ ਦੁਨੀਆ ਯੂਨੀਵਰਸਿਟੀ ਹੈ। ਜਿਹਨੇ ਨਹੀਂ ਸਿੱਖਣਾ, ਮਾਫ ਕਰਨਾ, ਉਹ ਗੁਰਦੁਆਰੇ ਵੀ ਆ ਕੇ ਨਹੀਂ ਸਿੱਖਦਾ। ਆਪਾਂ ਦੇਖਦੇ ਉੱਥੇ ਵੀ ਈਰਖਾ, ਲੜਾਈਆਂ, ਝਗੜੇ, ਮੋਹ ਮਾਇਆ 'ਚ ਖਚਤ ਰਹਿੰਦਾ ਹੈ। ਜਿਹਨੇ ਸਿੱਖਣਾ ਉਹ ਪ੍ਰਕਿਰਤੀ ਦੇ ਜ਼ਰੇ ਜ਼ਰੇ ਵਿੱਚੋਂ ਸਿੱਖ ਲੈਂਦਾ ਹੈ। ਪ੍ਰਕਿਰਤੀ ਦੀ ਹਰ ਚੀਜ਼ ਸਾਨੂੰ ਸਿਖਾਉਣ ਦੇ ਲਈ ਹੈ। ਇਵੇਂ ਕਹਿ ਲਓ ਸਮੁੱਚੀ ਪ੍ਰਕਿਰਤੀ ਮਨੁੱਖ ਦੇ ਲਈ ਹੈ। ਸਿੱਖਣ ਵਾਲਿਆਂ ਨੇ ਦੇਖੋ, ਨਿਊਟਨ ਬੈਠਾ ਹੈ, ਇੱਕ ਸੇਬ ਡਿੱਗਿਆ ਧਰਤੀ ਤੇ। ਹੁਣ ਸੇਬ ਤੇ ਆਮ ਡਿੱਗਦੇ ਹੀ ਰਹਿੰਦੇ ਨੇ, ਪਰ ਸਿੱਖਣਾ ਸੀ ਜਿੰਨੇ, ਖਿਆਲ ਪੈਦਾ ਹੋਇਆ ਕਿ ਧਰਤੀ ਤੇ ਕਿਉਂ ਡਿੱਗਿਆ, ਇਹ ਆਕਾਸ਼ ਨੂੰ ਕਿਉਂ ਨਹੀਂ ਗਿਆ, ਆਸੇ ਪਾਸੇ ਕਿਉਂ ਨਹੀਂ ਗਿਆ। ਇੱਕ ਗੱਲ ਅੰਦਰੋਂ ਖਿਆਲ ਹੈ ਕਿ ਧਰਤੀ ਅੰਦਰ ਖਿੱਚ ਹੈ, ਗ੍ਰੈਵਿਟੀ ਹੈ। ਸੇਬ ਦੇ ਡਿੱਗਣ ਤੋਂ ਇੱਕ ਬੜਾ ਵੱਡਾ ਸਿਧਾਂਤ ਪੈਦਾ ਹੋ ਗਿਆ, ਗਿਆਨ ਪੈਦਾ ਹੋ ਗਿਆ ਕਿ ਧਰਤੀ ਆਪਣੇ ਵੱਲ ਨੂੰ ਖਿੱਚਦੀ ਹੈ। ਇਹ ਜਿਨ੍ਹਾਂ ਨੇ ਸਿੱਖਣਾ ਹੈ। ਪਰ ਜਿਨ੍ਹਾਂ ਨੇ ਨਹੀਂ ਸਿੱਖਣਾ ਉਹਨਾਂ ਨੂੰ ਜੋ ਮਰਜ਼ੀ ਸਿਖਾਈ ਜਾਓ ਤੇ ਸਾਰੀ ਜ਼ਿੰਦਗੀ ਸੁਣਦੇ ਸੁਣਦੇ ਫਿਰ ਵੀ ਉੱਦਾਂ ਹੀ ਰਹਿ ਜਾਂਦੇ ਨੇ। ਇਸ ਕਰਕੇ ਬਾਬਾ ਰਵਿਦਾਸ ਜੀ ਨੇ ਉਦਾਹਰਣ ਦਿੱਤੀ ਹੈ ਮੱਛੀ ਦੀ। ਪ੍ਰਕਿਰਤੀ ਦੀਆਂ ਬੜੀਆਂ ਉਦਾਹਰਣਾਂ ਨੇ। ਕਿੰਨੀ ਹੈਰਾਨੀ ਦੀ ਗੱਲ ਹੈ, ਮਨੁੱਖ ਨੂੰ ਕਿਹਾ ਜਾਂਦਾ ਜੀ ਇਹ ਤੇ ਸ੍ਰਿਸ਼ਟੀ ਦਾ ਸਿਰਦਾਰ ਹੈ। ਸਾਰੇ ਹੀ ਧਾਰਮਿਕ ਮਨੁੱਖਾਂ ਨੇ, ਧਰਮ ਗ੍ਰੰਥਾਂ ਨੇ ਕਿਹਾ ਕਿ ਮਨੁੱਖ ਸਰਵ ਸ੍ਰੇਸ਼ਟ ਹੈ ਧਰਤੀ ਤੇ। ਪਰ ਮਨੁੱਖ ਨੂੰ ਸਮਝਾਉਣ ਲਈ ਉਦਾਹਰਣਾਂ ਕਿਹਨਾਂ ਦੀਆਂ ਦਿੱਤੀਆਂ ਗਈਆਂ? ਮੱਛੀ ਦੀ, ਕੁੱਤੇ ਦੀ, ਹੋਰਨਾਂ ਜੂਨਾਂ ਦੀਆਂ ਦਿੱਤੀਆਂ ਗਈਆਂ। ਉੱਥੋਂ ਇੱਕ ਗੁਣ ਲਿਆ ਗਿਆ। ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ। ਇੱਕ ਉਦਾਹਰਣ ਹੈ, ਇੱਕ ਪੱਖ ਲਿਆ ਜਾਂਦਾ ਹੈ ਜਦੋਂ ਵੀ ਉਦਾਹਰਣ ਦਿੱਤੀ ਜਾਂਦੀ। ਫੁੱਲ ਦਾ ਇੱਕ ਪੱਖ ਲਿਆ ਗਿਆ ਹੈ, ਮੱਛੀ ਦਾ ਇੱਕ ਪੱਖ ਲਿਆ ਗਿਆ ਹੈ, ਹਿਰਨ ਦਾ ਇੱਕ ਪੱਖ ਲਿਆ ਗਿਆ ਹੈ। ਇਹ ਮਨੁੱਖ ਨੂੰ ਸਮਝਾਉਣ ਦੇ ਲਈ ਹੈ। ਮੀਨ ਪਕਰ ਫਾਕਿਓ ਅਰ ਕਾਂਟਿਓ ਰਾਂਦ ਕੀਓ ਬਹੁਬਾਨੀ। ਭਗਤ ਜੀ ਕਹਿੰਦੇ ਕਿ ਜਿਵੇਂ ਮੱਛੀ ਨੂੰ ਫੜਿਆ, ਫੜਨ ਵਾਲੇ ਨੇ ਉਹਨੂੰ ਛਿੱਲਿਆ, ਬਣਾਇਆ, ਕੱਟ ਦਿੱਤਾ, ਰਿੰਨ ਕੇ ਉਹਨੂੰ ਤਰੀਕੇ ਨਾਲ ਭੋਜਨ ਬਣਾ ਲਿਆ ਉਹਦਾ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ। ਉਸ ਮੱਛੀ ਨੂੰ ਟੋਟੇ ਟੋਟੇ ਕਰਕੇ ਰਿੰਨ ਲਿਆ, ਬਣਾ ਲਿਆ, ਖਾਣ ਵਾਲੇ ਨੇ ਚਿੱਥ ਚਿੱਥ ਕੇ ਖਾ ਲਿਆ। ਮੱਛੀ ਦਾ ਪਾਣੀ ਨਾਲ ਪਿਆਰ ਸੀ, ਪਰ ਮਾਰਨ ਤੋਂ ਬਾਅਦ, ਖਾਣ ਤੋਂ ਬਾਅਦ, ਕਿਸੇ ਦੇ ਅੰਦਰ ਜਾਣ ਤੋਂ ਬਾਅਦ ਵੀ ਮੱਛੀ ਪਾਣੀ ਨਹੀਂ ਪਿਲਾਉਂਦੀ। ਉਹ ਜੋ ਮੱਛੀ ਖਾਣ ਵਾਲਾ ਵਾਰ-ਵਾਰ ਪਾਣੀ ਮੰਗਦਾ, ਉਹਨੂੰ ਪਿਆਸ ਲੱਗਦੀ। ਇਹ ਮੱਛੀ ਦਾ ਪਾਣੀ ਦੇ ਪ੍ਰਤੀ ਜੋ ਪਿਆਰ ਹੈ ਉਹਦਾ ਭਗਤ ਜੀ ਨੇ ਉਦਾਹਰਣ ਦਿੱਤੀ ਹੈ। ਇਹ ਇੱਕ ਪੱਖੀ ਹੈ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ ਜਿਵੇਂ ਦੀਪਕ ਵਿੱਚ ਦੀਪਕ ਪਤੰਗ ਚੱਲ ਆਵਤ ਪ੍ਰੇਮ ਕਰ, ਦੀਪਕ ਕਰ ਮਹਾ ਵਿਪਰੀਤ ਮਿਲੇ ਜ਼ਾਰ ਹੈ। ਦੀਵੇ ਤੇ ਪਤੰਗਾ ਹੁੰਦਾ ਨਾ, ਉਹ ਬੜਾ ਲਗਾ ਰੱਖਦਾ ਦੀਵੇ ਦੇ ਨਾਲ, ਪਰ ਦੀਵੇ ਦਾ ਪਤੰਗੇ ਨਾਲ ਕੋਈ ਲਗਾ ਨਹੀਂ ਹੈ। ਦੀਵਾ ਜਿਹੜਾ ਹੈ ਨਾ, ਉਹ ਪਤੰਗੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ।
अल चल आवत कमल पै स्नेह कर, कमल संपट बांध प्राण प्रहार है। अल कहंदे भौरे नूं, भौरा कमल नाल प्यार करदा है, कमल ते आके मंडराउंदा है, बैठ जांदा है। जदों सूरज डुबदा है, अस्त हुंदा है, कमल बंद हो जांदा है, भौरा विच बंद हो जांदा है, खत्म हो जांदा है। भौरा फुੱਲ नाल प्यार करदा है, लेकिन फुੱਲ भौरे नाल प्यार नहीं करदा। बिल्कुल मन बच करम जल मीन लिव लीन गत। मच्छी पानी दे नाल प्यार करदी है, लेकिन राख न सकत गह मारे डार है। वो पानी जिहड़ा मच्छी नाल कोई प्यार नहीं करदा, ਉਹਨੂੰ बचाउंदा ही नहीं है। एक पक्ष लिया है मच्छी का पानी नाल प्यार। पर मानयोग भाई साहब जी ने एक बड़ी प्यारी गल की, ओ गुरसिखा पानी देख पतंगा दीवे नाल प्यार करदे, पर दीवा पतंगे नाल प्यार नहीं करदा। भौरा फुੱਲ नाल प्यार करदा, पर भौरा फुੱਲ नाल बिल्कुल प्यार नहीं करदा। मच्छी पानी नाल प्यार करदी है, पर पानी मच्छी नाल बिल्कुल प्यार नहीं करदा। दुखदाई प्रीत की प्रतीत मरे ना डरे। वो तेरे नालों ते मच्छी चंगी है, तेरे नालों ते भौरा ही चंगा है, तेरे नालों ते पतंगा ही चंगा है। हालांकि वो जिहड़ी है प्रीत वो दुखदाई है। एक मच्छी मर गई तो बाकी मच्छियां ने पानी नहीं छड़ दिता कि असीं नहीं रहना, साडी मच्छी नूं बचाया नहीं ने, छड्डिया कदी पानी। एक भौरा मर गया तो बाकी भौरियां ने मंडराउणा बंद नहीं करता फुੱਲ ते। एक पतंगा मर गया दीवे ते सके ते बाकी पतंगियां ने कुछ छड़ तो नहीं दिता। ते साडा सुभाਅ की है कि जे एक सानू सुख ना मिले, आपां कहंदे जी गुरुद्वारे नहीं जाना, आपां जी गुरुद्वारे कोई लैना, उत्थे ते यही कुछ है। असीं फिर उदाहरणां नकम्मे लोकां दीयां दिंदे आ। असीं जदों भी बहाने भालदे ना, बहाने उदों फिर घटिया जे बहाने, देखो जी फलाने गुरुद्वारे की लै लिया उन्होंने, वो तो उत्थे जे करदे ने वो करदे, उत्थों की मिल जाना। यही है ना साडी हालत। कहने लगे दुखदाई प्रीत की प्रतीत ना मरे ना टरे। देख वो दुखदाई मार्ग ते चल के मर जाते ने, टलदे नहीं है। पर गुरसिख सुखदाई प्रीत को विसार है। वो गुरु का प्यार एक पक्की नहीं है। गुरु नाल प्यार करोगे, प्यार लैके आओगे, तुहाडे प्यार दी एक तिल जिन्नी घालना गुरु बिरथा नहीं जान देवेगा, प्रभु बिरथा नहीं जान देवेगा। गुरु नाल प्यार करके आओ, स्वार्थ करके ना आओ। गुरु का प्यार ते इन्ना चरण सरन गुर एक पैंडा, जाए चल सत गुर कोट पैंडा, आगे होए लेत है। एक कदम प्यार दा गुरु वाल पुट लो, एक कदम सतगुरु तुहानू करोड़ां कदम अगों दी होके मिलेगा। गुरसिखा ने कदम पुटिया, अपना सीस भेंट किया गुरु दे दर ते। सतगुरु जी ने परिवार ही कुर्बान करता। आखो सतनाम श्री वाहिगुरू। तुसी सीस भेंट कीते ने, सतगुरु जी ने परिवार ही कुर्बान करता। गुरसिखा ने सतगुरु दे बचनां दे फुੱਲ चढ़दियां चमकौर दी गड़ी अंदर 10 लाख नाल टकरा कीता। सतगुरु जी ने गुरता गद्दी गुरसिखा नूं देती। आखो सतनाम श्री वाहिगुरू। सतगुरु ते कोट पैंडा आगे होए लेत है। इतिहास दे विच बड़ियां गवाहियां ने, एक गल चेते रखियो, मोह मनुख दे अंदर स्वैमान नूं खत्म करदा है। मोह मनुख नूं भी बंधनां च जकड़दा है, ते मोह दे अधीन मनुख दूजियां नूं गुलाम बनाउण वल चलदा है। दूजियां नूं गुलाम बनाउण दी प्रवृत्ति रखदा है कि लोकी मेरे गुलाम हो जाण। लेकिन प्यार मनुख के अंदर स्वैमान पैदा करता है। प्यार मनुख नूं सिर उच्चा उठा के चलन की प्रेरणा करता है। प्यार मनुख के अंदर गुलामी लई नफरत ते आज़ादी लई प्यार पैदा करता है। बड़ियां प्यारियां उदाहरणां मैं बेनती की सी। मोह मनुख के अंदर लोगों को गुलाम बनाने के लिए एक भावना पैदा करता है कि दुनिया मेरी गुलाम बन जाए। लेकिन प्यार आप आज़ाद हुंदा है तो लोगों की आज़ादी की रखिया करता है। गुरु हरगोबिंद साहब जी आगरे के स्थान पर बैठे ने। एक सिख घा खोत के सतगुरु जी के लिए गुरु का प्यारा सिख है। भुलेखे नाल जहांगीर के तंबू चलिया गया। जहांगीर के अगे टका रख के कह लगा मैनू जम्मण मरण तो मुक्त कर दिओ। जहांगीर कहंदा सिखा किते सच्चे पातशाह कोल तो नहीं जाना, गुरु हरगोबिंद साहब जी कोल। कहण लगा तुसीं सच्चे पातशाह नहीं। कहण लगे उन्हां दा स्थान अगे है। सिख ने टका चुक लिया। प्यार दे अंदर कितना स्वैमान हुंदा है। टका चुक लिया। जहांगीर कहंदा कि तैनूं पता नहीं कि बादशाह के नजराना रख के चुकण दा की फल मिलदा है। ते सिख दा स्वैमान जिहदे अंदर प्यार सी गुरु दा, स्वार्थ नहीं है। जहांगीर दौलतां दे रहे है, होर कुछ दे रहे है, लेकिन एक प्यार है। अगों प्यार भिन्ना सिख कहण लगा कि जेड़ा राजा अपनी प्रजा की मंग ही नहीं पूरी कर सकता वह नजराने का हकदार नहीं है, वह सत्कार का हकदार नहीं। यह है प्यार। प्यार स्वैमान पैदा करता है। प्यार
ਮਨੁੱਖ ਦੇ ਅੰਦਰ ਸਿਰ ਉੱਚਾ ਉਠਾ ਕੇ ਜਿਉਣ ਦਾ ਚਾਹ ਪੈਦਾ ਕਰਦੇ, ਜਿਹੜਾ ਭਗਤਾਂ ਦੇ ਅੰਦਰ ਸੀ। ਇਹ ਭਗਤਾਂ ਦਾ ਪਿਆਰ ਹੈ ਜਿਨ੍ਹਾਂ ਨੇ ਉਸ ਵੇਲੇ ਦੇ ਨਾਮ ਬਰਾਬਰੀ ਵਾਲੇ ਸਮਾਜ ਨੂੰ ਲਲਕਾਰਦਿਆਂ ਇਹ ਗੱਲ ਕਹੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ दूध तेरे को ਦੁੱਧ ਭਰਿਆ। ਇਹ ਪਿਆਰ ਵਾਲੇ ਹਿਰਦੇ ਚੋਂ ਬਚਨ ਨਿਕਲ ਸਕਦੇ ਨੇ। ਪਿਆਰ ਵਾਲਾ ਹਿਰਦਾ ਹੀ ਜਿਹੜਾ ਇਹਨਾਂ ਚੀਜ਼ਾਂ ਦੇ ਲਈ ਲਲਕਾਰ ਬਣ ਸਕਦਾ ਹੈ। ਭਗਤ ਜੀ ਨੇ ਉਦਾਹਰਨ ਦਿੱਤੀ ਇੱਕ ਮੱਛੀ ਦੀ। ਮੈਂ ਬੇਨਤੀ ਕਰ ਰਿਹਾ, ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ। ਗੁਰਸਿੱਖ ਸੁਖਦਾਈ ਮਾਰ ਕਿਉਂ ਛੱਡੇ। ਗੁਰੂ ਦਾ ਪਿਆਰ ਇੱਕ ਵਾਰੀ ਗੁਰੂ ਦੇ ਬਣ ਜਾਓ, ਗੁਰੂ ਤੇ ਸਦਾ ਲਈ ਤੁਹਾਡਾ ਬਣ ਜਾਏਗਾ। ਇੱਕ ਵਾਰੀ ਪ੍ਰਮਾਤਮਾ ਦੇ ਬਣ ਜਾਓ ਕਿ ਪ੍ਰਮਾਤਮਾ ਜੀ ਮੇਰਾ ਮੁਝ में किछ नहीं जो किछ है सो तेरा। जे घर परमात्मा दे ते परमात्मा दे घर कदी कमी नहीं आएगी। परमात्मा दा घर है, परमात्मा दा कारोबार है, कोई दुख नहीं आएगा। भगत जी कहते जिवें मच्छी है ना, मच्छी नूं पकड़ लिया खा लिया, लेकिन वो मच्छी जिहड़ी है उन्हें फिर भी पानी नूं भुलाया नहीं है। तो ना विसरियो पानी, फिर भी पानी नूं विसारिया नहीं। इन्ना उहदा प्यार है। हे वाहिगुरू जी मेरा भी तुहाडे चरणां नाल प्यार बन गया है। भावें जिन्ने मर्जी दुख होण खंड खंड कर दिता जाए पर तुहाडे नाल प्यार नहीं टुटेगा। आपन बापा नाहे किसी को पावन को हर राजा। ये बड़ी बहादुरी भरी गल है भगत रविदास जी दी। उस समाज उस समय जदों कहंदे जी भगती दा अधिकार किसी खास फिरके दा ही है। धर्म ग्रंथां नूं कोई खास फिरका ही पढ़ सकदा है, ਜਾਂ ਰੱਬ ਦਾ ਨਾਮ ਲੈਣ ਦਾ ਅਧਿਕਾਰ ਸਾਰਿਆਂ ਨੂੰ ਨਹੀਂ ਹੈ। ਰੱਬ ਦੇ ਨਾਂ ਤੇ ਵੰਡੀਆਂ। ਰੱਬ ਨੇ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਿੱਤੀ ਹੈ। ਇਹ ਗੱਲ ਚੇਤੇ ਰੱਖਿਓ, ਹਰ ਮਨੁੱਖ ਬਰਾਬਰ ਧਰਤੀ ਤੇ ਆਇਆ ਹੈ। ਹਰ ਮਨੁੱਖ ਆਜ਼ਾਦ ਧਰਤੀ ਤੇ ਆਇਆ ਹੈ। ਹਰ ਮਨੁੱਖ ਨੂੰ ਸਵੈਮਾਨ ਦਿੱਤਾ ਹੈ ਪ੍ਰਮਾਤਮਾ ਨੇ। ਹਰ ਮਨੁੱਖ ਨੂੰ ਜ਼ਿੰਦਗੀ ਦਿੱਤੀ ਪ੍ਰਮਾਤਮਾ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਵੀ ਰੱਬੀ ਪਿਆਰਿਆਂ ਦੀ ਬਾਣੀ ਹੈ, ਗੁਰੂ ਸਾਹਿਬਾਨ ਦੀ ਭਗਤ ਜਨਾਂ ਦੀ, उन्होंने मनुखी आज़ादी के लिए, मनुखी जिंदगी के लिए, मनुखी बराबरता के लिए, मनुखी स्वैमान के लिए संघर्ष किया। भावें उन्होंने रस्ते च रुकावटां भी क्यों नहीं आईयां। ते बाणी पढ़न वालियां दा भी ये फर्ज है कि वह मनुखी आज़ादी के लिए, मनुखी बराबरता के लिए, मनुखी हकों लिए यतन करन। बाणी पढ़न का अर्थ है, माफ करना, बाणी पढ़न का अर्थ है कि असीं भी वो गुरु साहिबान भगत साहिबान की सोच के अनुसार मनुखी बराबरता के लिए, मनुखी हकों के लिए, मनुखी अधिकारां दे लिए संघर्ष करिए। मनुखी स्वैम दे अज भी वही गल्लां जिहड़ियां ने फिर सिर उठा रही ने। मनुखी अधिकारां नूं दबाया जा रहा है। मनुखी समाज च वंडियां पाईयां जा रही ने। कदी आपां ये सुणदे सां ये खत्री है, ब्राह्मण है, शूद्र है, वैस है, यही वितकरे सन ना कदी। ते उन्हां दा रूप बदल गया। हुण भावना उही है, ए ओसी है, ए बीबीसी बीओसी है, जां इहो जे शेड्यूल कास्ट है। ये फिर वंड वितकरे जे समाज विच उदां ही खड़े कर दिते गए। ये समाज वंड के समाज दे कोलों अपने स्वार्थ पूरे करने के तरीके ने। गुरसिख ने, गुरबाणी पढ़न वाले ने भगत जनां दी सोच अनुसार मनुखी बराबरता दे विच ने। अवल आह नूर उपाया कुदरत के सब बंदे, एक नूर ते सब जो उपजिया कौन भले को बंदे। बाबा रविदास साहब जी कहंदे परमात्मा किसी प्यो दी जायदाद नहीं है। कोई एक ही बंदा उन्होंने चेते करेगा। आपन बापे ना ही किसी को, किसी प्यो दा नहीं है। भावन को हर राजा ये नहीं कि मैं ब्राह्मण के घर जन्मिया ते रब मेरा ही है। ये नहीं है कि मैं सिख के घर जन्मिया ते गुरु मेरा ही है। गुरु समुची मानवता का है, परमात्मा समुची मानवता का है। इस करके भावन को हर राजा परमात्मा इस करके नहीं मिलना कि मैं धर्म स्थान से बैठा तो मैनू ही मिलेगा। परमात्मा इस करके नहीं मिलना कि मैं खास घर च जम्मिया तो मैनू ही मिलेगा। परमात्मा ते मिलना है कि तुहाडे कर्म किहो जिहे ने, अमल किहो जिहे ने, तुहाडा परमात्मा प्रति प्यार किन्नो है। परमात्मा भाव भगत दा भुखा है। गुरबाणी ने परमात्मा का रूप दसिया, जतर ततर दिशा विसा होए फैलियो अनुराग। वो प्रेम रूप होके पसरिया होया है। ते उस परमात्मा नूं प्राप्त करने का तरीका कोई भेख नहीं है, कोई खास कर्म नहीं है। उस परमात्मा नूं प्राप्त करने का तरीका साच कहूं सुन लेहो सबे जिन प्रेम कियो तिन ही प्रभ पायो। भावन को हर राजा परमात्मा ते भाव भावनी का भुखा है। भावन का अर्थ है श्रद्धा, श्रद्धा का भुखा है। वो भावना कितों पैदा होती है? साध संगत बिन भावनी उपजै, भाव बिन भगत न होए तेरी। भगत जी कहते वो भावना का भुखा है परमात्मा राजा है जेड़ा। मोह पटल सब जगत व्यापियो भगत नहीं संतापा। सारी दुनिया ते मोह पटल हुंदा है, पड़दा। मोह दे पड़दे च ढकी पई है। सारियां दे उपर मोह दा पड़दा पिया व्यापिया होया है।
ਪਰ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਮੋਹ ਦਾ ਕੋਈ ਸੰਤਾਪ ਨਹੀਂ ਹੈ। ਭਗਤ ਜਨ ਵਾਹਿਗੁਰੂ ਜੀ ਦੇ ਪਿਆਰ 'ਚ ਭਿੱਜ ਗਏ ਨੇ, ਲਿਵਲੀਨ ਹੋ ਗਏ ਨੇ, ਉਹਨਾਂ ਨੂੰ ਮੋਹ ਦਾ ਕੋਈ ਦੁੱਖ ਨਹੀਂ ਹੈ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾਸਿਓ ਕਹੀਆ। ਭਗਤ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਹਿਰਦੇ 'ਚ ਇੱਕ ਵਾਹਿਗੁਰੂ ਜੀ ਦੀ ਭਗਤੀ ਪੈਦਾ ਹੋ ਗਈ, ਵੱਧ ਗਈ। ਹੁਣ ਇਹ ਭਗਤੀ ਵਾਲੀ ਜਿਹੜੀ ਅਵਸਥਾ ਹੈ, ਇਹ ਆਪਾਂ ਇਹਦੇ ਬਾਰੇ ਕਿਸ ਨੂੰ ਕੀ ਕਹਿ ਸਕਦੇ ਹਾਂ, ਦੱਸ ਸਕਦੇ ਹਾਂ। ਜਾ ਕਾਰਨ ਹਮ ਤੁਮੇ ਆਰਾਧੇ, ਸੋ ਦੁਖ ਅਜ ਹੂੰ ਸਹੀਆ। ਇਹ ਵਾਹਿਗੁਰੂ ਜੀ ਜਿਸ ਕਾਰਨ ਕਰਕੇ ਅਸੀਂ ਤੁਹਾਨੂੰ ਆਰਾਧੇ ਹੈ, ਤੁਹਾਡੇ ਪਿਆਰ 'ਚ ਜੁੜੇ ਹਾਂ, ਉਹ ਕਾਰਨ ਕੀ ਸੀ ਕਿ ਅਸੀਂ ਮੋਹ ਦੇ ਬੰਧਨਾਂ ਤੋਂ ਬਚ ਜਾਈਏ, ਅਸੀਂ ਦੁੱਖਾਂ ਤੋਂ ਮੁਕਤ ਹੋ ਜਾਈਏ। ਸੋ ਦੁੱਖ ਅਜ ਹੂੰ ਸਹੀ ਹੈ। ਇਹ ਵਾਹਿਗੁਰੂ ਜੀ ਹੁਣ ਵੀ ਸਾਨੂੰ ਉਹ ਦੁੱਖ ਸਹਿਣਾ ਪਏਗਾ, ਭਾਵ ਕਿ ਹੁਣ ਸਾਡੀ ਜ਼ਿੰਦਗੀ 'ਚ ਉਹ ਦੁੱਖ ਨਹੀਂ ਹੈ, ਇੱਕ ਕੁਐਸਚਨ ਮਾਰਕ ਹੈ। ਸੋ ਦੁੱਖ ਅਜੂ ਸਹੀ ਹੈ, ਹੁਣ ਉਹ ਦੁੱਖ ਅਸੀਂ ਨਹੀਂ ਸਹਿੰਦੇ, ਭਾਵ ਸਾਡੇ ਅੰਦਰੋਂ ਮੋਹ ਦੇ ਦੁੱਖ ਮਿਟ ਗਏ, ਮੋਹ ਪਿਆਰ ਬਣ ਗਿਆ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ। ਦੇਖੋ ਰੋਜ਼ ਕਿਹਾ ਜਾਂਦਾ ਬਾਣੀ ਪੜੋ, ਸਤ ਸੰਗਤ 'ਚ ਆਓ, ਸਿਮਰਨ ਕਰੋ। ਦਾ ਅਰਥ ਕੀ ਹੈ? ਜਦੋਂ ਰੋਜ਼ ਤੁਸੀਂ ਸਿਮਰਨ ਕਰੋਗੇ, ਰੋਜ਼ ਤੁਸੀਂ ਵਾਹਿਗੁਰੂ ਜੀ ਨੂੰ ਚੇਤੇ ਕਰੋਗੇ, ਬਾਣੀ ਪੜੋਗੇ, ਨਿਤਨੇਮ ਕਰੋਗੇ, ਸਤ ਸੰਗਤ ਕਰੋਗੇ, ਰੋਜ਼ ਕਰਦਿਆਂ ਕਰਦਿਆਂ ਇਹ ਸਿਮਰਨ ਬਣ ਜਾਏਗਾ, ਸਿਮਰਨ ਬਣ ਜਾਏਗਾ। ਸਿਮਰਨ ਅੰਦਰ ਹੈ, ਜਿਹਨੂੰ ਆਪਾਂ ਕਹਿੰਦੇ ਜ਼ਾਦਾਤ ਵਿੱਚ ਵਸ ਜਾਏਗਾ। ਇਹ ਜ਼ਾਤ ਹੀ ਫਿਰ ਲਿਵ ਬਣ ਜਾਂਦੀ ਹੈ। ਭਗਤ ਜੀ ਕਹਿੰਦੇ ਕਿ ਵਾਹਿਗੁਰੂ ਜੀ ਨੂੰ ਚੇਤੇ ਕਰਦਿਆਂ ਕਰਦਿਆਂ ਸਾਡੇ ਅੰਦਰ ਵਾਹਿਗੁਰੂ ਜੀ ਦੀ ਲਿਵ ਪੈਦਾ ਹੋ ਗਈ, ਪਿਆਰ ਪੈਦਾ ਹੋ ਗਿਆ, ਤੇ ਹੁਣ ਸਾਨੂੰ ਮੋਹ ਦਾ ਦੁੱਖ ਜਿਹੜਾ ਸਹਿਣਾ ਨਹੀਂ ਪਏਗਾ। ਔਰ ਇਸ ਮੋਹ ਦੇ ਦੁੱਖ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਸਤ ਸੰਗਤ ਨਾਲ ਪਿਆਰ ਕਰੀਏ, ਗੁਰੂ ਕੀ ਬਾਣੀ ਰੋਜ਼ ਪੜਿਆ ਕਰੀਏ, ਉਸ ਵਾਹਿਗੁਰੂ ਜੀ ਦੇ ਪਿਆਰ 'ਚ ਰੋਜ਼ ਜੁੜਿਆ ਕਰੀਏ। ਜਿੱਥੇ ਭਗਤ ਜੀ ਦਾ ਇਹ ਪਵਿੱਤਰ ਮੁਖ ਵਾਕ ਆਪ ਜੀ ਨੇ ਸਰਵਣ ਕੀਤਾ, ਜੋ ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤਾ ਸੀ, ਜਿਹਦੇ ਰਾਹੀਂ ਸਾਨੂੰ ਸੁਨੇਹਾ ਦਿੱਤਾ ਹੈ ਕਿ ਪ੍ਰਮਾਤਮਾ ਕੇਵਲ ਪਿਆਰ ਦਾ ਭੁੱਖ ਹੈ। ਮੋਹ ਦੇ ਬੰਧਨਾਂ ਤੋਂ ਮੁਕਤ ਹੋਣ ਦਾ ਤਰੀਕਾ ਹੈ ਪ੍ਰਮਾਤਮਾ ਨੂੰ ਚੇਤੇ ਕਰੋ, ਉਹਦੇ ਪਿਆਰ ਜੁੜ ਜਾਓ। ਜਦੋਂ ਤੁਸੀਂ ਉਹਦੇ ਪਿਆਰ ਜੁੜ ਕੇ, ਪ੍ਰਮਾਤਮਾ ਤੁਹਾਡਾ ਹੀ ਹੈ, ਉਹ ਕਿਸੇ ਦੀ ਮਲਕੀਅਤ ਨਹੀਂ ਹੈ, ਕੋਈ ਦੁੱਖ ਨਹੀਂ ਜ਼ਿੰਦਗੀ 'ਚ ਰਹੇਗਾ। ਰੋਜ਼ ਲੜੀਵਾਰ ਗੁਰ ਸ਼ਬਦ ਜੋ ਆਪ ਜੀ ਸਰਵਣ ਕਰਦੇ ਹੋ, ਉਸ ਦੀ ਵਿਚਾਰ ਵੀ ਸਾਂਝੀ ਕਰਨੀ ਹੈ, ਪਿਆਰ ਦੇ ਨਾਲ ਸਰਵਣ ਕਰੋ ਜੀ। ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਬਿਲਾਵਲ ਰਾਗ ਦਾ ਇਹ ਪਵਿੱਤਰ ਸ਼ਬਦ ਬਾਬਾ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 857 ਤੇ ਸਬਾਈਮਾਨ ਹੈ। ਭਗਤ ਜੀ ਕਹਿੰਦੇ ਹੈ ਜਗਦੀਸ਼ ਗੁਸਾਈ। ਜਗਦੀਸ਼ ਦਾ ਅਰਥ ਹੈ ਜਗਤ ਦੇ ਈਸ਼ਵਰ। ਗੁਸਾਈ ਗੁਰੂ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ ਹੈ, ਪ੍ਰਿਥਵੀ ਦੇ ਮਾਲਕ ਵਾਹਿਗੁਰੂ। ਆ ਜਿਹੜੀ ਮਾਇਆ ਹੈ ਨਾ, ਇਹਨੇ ਸਾਨੂੰ ਤੁਹਾਡੇ ਚਰਨਾਂ ਨਾਲੋਂ ਤੋੜ ਦਿੱਤਾ ਹੈ। ਬੜੀ ਪ੍ਰਬਲ ਹੈ ਮਾਇਆ। ਕਿੰਨੀ ਪ੍ਰਬਲ ਹੈ? ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਮਾਇਆ ਮਾੜੀ ਨਹੀਂ ਹੈ, ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ। ਜਿਵੇਂ ਪਾਣੀ ਤੋਂ ਬਿਨਾਂ ਬੇੜੀ ਨਹੀਂ ਚੱਲ ਸਕਦੀ, ਪਾਣੀ ਤੋਂ ਬਿਨਾਂ ਬੇੜੀ ਨਹੀਂ ਤਰੇਗੀ, ਪਰ ਪਾਣੀ ਬੇੜੀ 'ਚ ਨਹੀਂ ਪੈਣਾ ਚਾਹੀਦਾ। ਬੇੜੀ ਫਿਰ ਵੀ ਨਹੀਂ ਤਰੇਗੀ ਜੇ ਬੇੜੀ ਦੇ ਵਿੱਚ ਪਾਣੀ ਪੈ ਗਿਆ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਮਾਇਆ ਬਣਾਈ ਪ੍ਰਮਾਤਮਾ ਨੇ ਮਨੁੱਖ ਦੇ ਲਈ ਹੈ, ਪਰ ਮਨੁੱਖ ਦੀ ਸੁਰਤ ਜੀ ਮਾਇਆ 'ਚ ਖਤਚ ਹੋ ਗਈ। ਮਾਇਆ ਦੀ ਚਮਕ ਦਮਕ ਵਿੱਚ ਪੈ ਕੇ ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਗਿਆ। ਇਹ ਵਾਹਿਗੁਰੂ ਇਸ ਮਾਇਆ ਦੀ ਮਮਤਾ ਨੇ ਸਾਨੂੰ ਤੁਹਾਡੇ ਚਰਨਾਂ ਤੋਂ ਤੋੜ ਦਿੱਤਾ, ਤੁਹਾਡਾ ਪਿਆਰ ਵਿਸਾਰ ਦਿੱਤਾ ਸਾਡੇ ਹਿਰਦੇ ਵਿੱਚੋਂ। ਕਿੰਚਤ ਪ੍ਰੀਤ ਨ ਉਪਜੈ ਜਨ ਕੋ, ਜਨ ਕਹਾ ਕਰਹਿ ਵਿਚਾਰੇ। ਮਹਾਰਾਜ ਇਹ ਲੋਕੀ ਵਿਚਾਰੇ ਕਰਨ ਕੀ? ਮਾਇਆ 'ਚ ਜੁੜ ਕੇ ਤੇ ਇੱਕ ਰਤੀ ਜਿੰਨਾ ਪਿਆਰ ਤੁਹਾਡੇ ਪ੍ਰਤੀ ਨਹੀਂ ਹੈ। ਮਾਇਆ 'ਚ ਇੰਨਾ ਬੰਦਾ ਮੋਹਿਆ ਜਾਂਦਾ ਹੈ। ਧਰਮ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਸੀ। ਧਰਮ ਜਾਂ ਧਰਮ ਸਥਾਨ ਨਿਰੋਲ ਪ੍ਰਮਾਤਮਾ ਦੇ ਪਿਆਰ ਜੁੜਨ ਲਈ ਸੀ, ਪਰ ਮਨੁੱਖ ਨੇ ਧਰਮ ਨੂੰ ਵੀ ਮਾਇਆ ਲਈ ਵਰਤਣਾ ਸ਼ੁਰੂ ਕਰਤਾ। ਕਹਿੰਦੇ ਨੇ ਆਪਾਂ ਇੰਨੇ ਪਾਠ ਕਰੋ, ਆਹ ਕਾਰਜ ਰਾਸ ਹੋ ਜਾਏਗਾ, ਆਹ ਕੁਝ ਮਿਲ ਜਾਏਗਾ, ਉਹ ਸਫਲਤਾ ਮਿਲ ਜਾਏਗੀ। ਮੁਬਾਰਕ ਹੈ ਪਾਠ ਕਰਨਾ, ਪਰ ਕੇਵਲ ਕਾਰਜਾਂ ਲਈ ਕਿਉਂ? ਪਾਠ ਤੇ ਕਰਨੇ ਸੀ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ। ਵਾਹਿਗੁਰੂ ਜੀ ਨੂੰ ਮਿਲ ਗਏ ਤੇ ਕਾਰਜ ਸਾਡੇ ਕੋਲ ਰੁਕ ਜਾਣਗੇ, ਫਿਰ ਤੇ ਸਾਰੇ ਕਾਰਜ ਆਪੇ ਰਾਸ ਹੋ ਜਾਣਗੇ। ਜਦੋਂ ਵਾਹਿਗੁਰੂ ਜੀ ਮਿਲ ਗਏ, ਮਾਇਆ ਤੇ ਮਗਰ ਮਗਰ ਤੁਰੀ ਫਿਰੇਗੀ, ਫਿਰ ਤੇ ਰਿਧੀਆਂ ਸਿਧੀਆਂ ਮਨੁੱਖ ਦੇ ਮਗਰ ਮਗਰ ਫਿਰਨਗੀਆਂ। ਇਸ ਕਰਕੇ ਆਪਾਂ ਧਰਮ 'ਚ ਵੀ ਕੇਵਲ ਗਿਣਤੀ ਮਿਣਤੀ ਤੱਕ ਸੀਮਤ ਹੋ ਗਏ ਹੈਗੇ। ਆਪਾਂ ਇਹ ਗਾਥਾ ਤੇ ਪੜ੍ਹਦੇ ਕਿ ਬਾਬਾ ਨਾਨਕ ਜੀ ਖੜੀ ਤੋਲਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਸਨ, ਤੇਰਾ ਤੇਰਾ ਕਰਦੇ ਸਨ। ਅਸੀਂ ਤੇ ਪਾਠ ਕਰਦਿਆਂ ਵੀ ਤਕੜੀ ਤੋਲੀ ਚਲੀ ਜਾਂਦੇ, ਗਿਣਤੀ ਮਿਣਤੀ ਕਰੀ ਚਲੇ ਜਾਂਦੇ। ਇੰਨੇ ਕਰਾਂਗੇ, ਇਹ ਦੇ ਦਿਓ, ਆਹ ਦਿਓਗੇ, ਆਹ ਕਰ ਦਿਆਂਗੇ ਆਪਾਂ। ਇਹ ਗਿਣਤੀ ਮਿਣਤੀ, ਇਹ ਗਿਣਤੀ ਗਿਣਤੀ ਤਾਂ ਦੁਨੀਆ ਦਾ ਧਨ ਗਿਣ ਲਈ ਸੀ, ਰੱਬ ਦੇ ਨਾਮ ਨੂੰ ਗਿਣ ਲਈ ਨਹੀਂ ਸੀ। ਰੱਬ ਨੇ ਕਦੀ ਤੁਹਾਨੂੰ ਦਾਤਾਂ ਦੇਣ ਲੱਗਿਆ ਕੋਈ ਗਿਣਤੀ ਕੀਤੀ ਹੈ? ਰੱਬ ਨੇ ਬਖਸ਼ਿਸ਼ ਕਰਨ ਲੱਗਿਆ ਕਿੰਨੇ ਸਵਾਸ ਦਿੱਤੇ ਨੇ, ਕੀ ਦਿੱਤਾ, ਅੱਜ ਤੱਕ ਗਿਣਤੀ ਕੀਤੀ ਜਾਂ ਨਹੀਂ ਕੀਤੀ? ਅਸੰਖ ਹੈ, ਸਭ ਕੁਝ ਬੇਅੰਤ ਹੈ। परमात्मा बेअंत है,
परमात्मा दीयां दातां बेअंत ने, उस बेअंत दे नाल गिनती मिणती नहीं चलनी, उत्थे ते प्यार चलना। प्यार च तुसीं थोड़ा भी कर लोगे वो प्रवान हो जाएगा, गिणतियां च बहुता भी कर लो वो लेखे नहीं लगेगा। इस करके निरोल प्यार बाबा कबीर साहब जी कहते वाहिगुरू ये ते माया सानू रता जिन्ना भी प्यार नहीं पैदा होने दी, जिथे जाने पाठ कर दिता भी माया साडे अंदर बैठ जाती। ये विचार जीव करन की माया इन्नी प्रबल है, तुहाडे नालों तोड़ दिता है सानू रहाऊ। विश्राम तो बाद फिर भगत जी कहते ने त्रिग तन त्रिग धन त्रिग एह माया त्रिग त्रिग मत बुद्ध फन्नी। जे साडा मन केवल माया च ही जुड़े है, माया माड़ी नहीं है, पर जे केवल माया च जुड़े है तो यह शरीर तरकार जोग है। त्रिग तन वो धन भी तरकार जोग है, वो मत भी तरकार जोग है, जिहड़ी माया च बह के ते एक लोकां लई फाइयां पैदा करदी है। लोकां लई फाइयां माया दे विच पै के मेरे मन च ख्याल आ जाए कि मैं इहो जिहा लिबास बनावां, दुनिया मेरे ते खुश हो के मैनूं बहुते पैसे दे, यह फाही बनाउणी। फाही सुरत मलूकी वेस, बाहरों वेस मलूकां वाला पर अंदर फाही के लोकी फसन किवें, लोकां नूं लुटना किवें है, लोकां नूं ठगना किवें है, लोकां दे उपर जोर जुल्म किवें करना है। भगत जी कहंदे इहो जी मत नूं, इहो जे धन नूं, इहो जे तन नूं त्रिकार है, लानत है, ਜਿਹੜਾ ਲੋਕਾਂ ਦੇ ਲਈ ਫਾਈਆਂ ਹੀ ਪੈਦਾ ਕਰਦਾ ਹੈ। ਮਤ ਬੁੱਧ ਫੰਨੀ ਦਾ ਅਰਥ ਹੈ ਫੰਦੀ ਦਾ, ਫੰਨੀ ਦਾ ਅਰਥ ਹੈ ਫੰਦੀ ਫਾਈ। ਜਿਸ ਮਤ ਨੇ ਫਾਈ ਬਣਾ ਲਈ ਹੈ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਹੈ, ਠੱਗਣਾ ਕਿਵੇਂ ਹੈ, ਚਲਾਕੀਆਂ ਕਿਵੇਂ ਕਰਨੀਆਂ, ਇਹੋ ਜੀ ਮਤ ਨੂੰ ਤਿਰਕਾਰ ਹੈ, ਲਾਨਤ ਇਹੋ ਜੀ ਮਤ ਨੂੰ। ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਦੇ ਆਪ ਬਚਨੀ। ਵਾਹਿਗੁਰੂ ਜੀ ਕਿਰਪਾ ਕਰਕੇ ਇਸ ਮਾਇਆ ਨੂੰ ਤੁਸੀਂ ਬੰਨ ਕੇ ਰੱਖੋ ਆਪਣੇ ਕੋਲ, ਸਾਨੂੰ ਆਪਣੇ ਬਚਨਾਂ ਨਾਲ ਜੋੜ ਲਓ, ਆਪਣੇ ਪਿਆਰ ਚ ਜੋੜ ਲਓ ਜੀ। ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠ ਗੁਮਾਨਾ। ਜ਼ਿੰਦਗੀ ਦੇ ਵਿੱਚ ਗੁਜ਼ਰਾਨ ਲਈ ਜ਼ਰੂਰੀ ਹੈ ਕਿ ਬੰਦਾ ਕਿਰਤ ਕਰੇ। ਕਿਰਤ ਦੇ ਲਈ ਕੋਈ ਖੇਤੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, कोई होर कर्म जेड़े भी करता है वो जरूरी है। किरत बहुत जरूरी है। किरत जिहड़ी है वो पैसा कमाउण लई नहीं है, किरत पैसा कमाउण लई नहीं है। भगत रविदास जी ने एक बड़ा प्यारा बचन है, फल कारण फूली बन राए, फल लागा तब फूल बिलाए, ज्ञाने कारण कर्म अभ्यास, ज्ञान पिया तो कर्म नास। बड़ा भावपूर्त बने। फुल लगते ने इसलिए कि फल लगे, ਜਦੋਂ ਫਲ ਲੱਗਦਾ ਹੈ ਫੁੱਲ ਝੜ ਜਾਂਦੇ ਨੇ। ਅਸੀਂ ਕੋਈ ਵੀ ਕੰਮ ਕਰਦੇ, ਕਰਮ ਦਾ ਅਰਥ ਧਾਰਮਿਕ ਕਰਮ ਨਹੀਂ, ਕੋਈ ਵੀ ਕੰਮ ਅਸੀਂ ਖੇਤੀ ਕਰਦੇ ਹਾਂ, ਵਪਾਰ ਕਰਦੇ ਹਾਂ, ਇਹ ਤਾਂ ਅਸੀਂ ਜ਼ਿੰਦਗੀ 'ਚ ਗਿਆਨ ਪ੍ਰਾਪਤ ਕਰਨ ਦੇ ਲਈ, ਜ਼ਿੰਦਗੀ 'ਚ ਅੱਗੇ ਵਧਣ ਦੇ ਲਈ। ਕਹਿਣ ਲੱਗੇ ਗਿਆਨੀ ਕਾਰਨ ਕਰਮ ਅਭਿਆਸ, ਜੋ ਵੀ ਕਰਮ ਅਸੀਂ ਕਰਦੇ ਇਹ ਗਿਆਨ ਪ੍ਰਾਪਤ ਕਰਨ ਦੇ ਲਈ ਹੈ। ਦੇਖੋ ਕੋਈ ਵੀ ਕੰਮ ਜਦੋਂ ਤੁਸੀਂ ਇਮਾਨਦਾਰੀ ਨਾਲ ਕਰੋਗੇ ਤੁਹਾਡੇ ਅੰਦਰ ਇਨਸਾਨੀਅਤ ਪੈਦਾ ਕਰੇਗਾ, ਤੁਹਾਡੇ ਅੰਦਰ ਕੋਈ ਗਿਆਨ ਪੈਦਾ ਕਰੇਗਾ। ਜੇ ਤੁਸੀਂ ਗਿਆਨ ਲੈਣਾ ਤੇ ਕੰਮ ਚੋਂ ਵੀ ਲੈ ਸਕਦੇ। ਦੇਖੋ ਨਾ ਬਾਬਾ ਰਵਿਦਾਸ ਸਾਹਿਬ ਜੀ ਜੁੱਤੀਆਂ ਗਣਦਿਆਂ ਵੀ ਗਿਆਨ ਪ੍ਰਾਪਤ ਕਰੀ ਗਏ ਨੇ। ਉਹਨਾਂ ਨੇ ਜੁੱਤੀਆਂ ਗਣਨ ਨੂੰ ਵੀ ਭਗਤੀ ਗਿਣ ਲਿਆ। ਜਿਹਨੇ ਭਗਤੀ ਕਰਨੀ ਉਹ ਕੰਮ ਨੂੰ ਵੀ ਭਗਤੀ ਗਿਣ ਲੈਂਦਾ ਹੈ। ਗਿਆਨੀ ਕਾਰ ਕਰਮ ਅਭਿਆਸ, ਗਿਆਨ ਪਿਆ ਤੋਂ ਕਰਮੇ ਨਾਸ। ਜਦੋਂ ਗਿਆਨ ਹੋ ਜਾਂਦਾ ਫਿਰ ਮਨੁੱਖ ਦਾ ਕਰਮ ਨਾਲ ਹੰਕਾਰ ਨਹੀਂ ਰਹਿੰਦਾ ਕਿ ਮੈਂ ਆਹ ਕੰਮ ਕਰਦਾ, ਉਹਦੇ 'ਚ ਹੀਣ ਭਾਵਨਾ ਰਹਿੰਦੀ ਕਿ ਮੇਰਾ ਕੰਮ ਨਹੀਂ, ਮੈਂ ਇਹ ਨਹੀਂ ਰਹਿੰਦੀ। ਉਹ ਕੰਮ ਦੇ ਅਸਰ ਤੋਂ ਉੱਚਾ ਉੱਠ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਸਾਹਿਬ ਜੀ ਇਹ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਜੀ, कि देखो खेती करनी और सब कुछ करना जरूरी है, पर जे बंदे ने सब कुछ पैसे लिए किया तो फिर खेती जां होर काम जेड़े ने ये किस अर्थ रह जाते ने। दोबारा पढ़ियो। क्या खेती क्या लेवा देई परपंच झूठ गुमाना। जे आपां इन्हां चीज़ां च पै के परपंच करने ने, झूठ ही बोलना है, और इन्हां चीज़ां तो कमाए हुए धन दे नाल जां काम दा हंकार ही करना है, इहदा अर्थ ही की रह जाता है। ਇਹ ਸਭ ਕੁਝ ਦਾ ਅਰਸੀ ਗੁਜ਼ਰਾਨ ਹੁੰਦੇ ਆ। ਆਪਾਂ ਜ਼ਿੰਦਗੀ 'ਚ ਆਪਣੇ ਤੇ ਸਮਾਜ ਦੇ ਵਿਕਾਸ ਲਈ ਯਤਨਸ਼ੀਲ ਹੋਈਏ, ਪਰ ਜੇ ਆਪਾਂ ਇਹ ਕੁਝ ਕਰਦੇ ਆ ਧਨ ਦੌਲਤ ਇਕੱਠਾ ਕਰਕੇ ਹੰਕਾਰ ਕਰਨਾ ਤੇ ਭਗਤ ਜੀ ਕਹਿੰਦੇ ਇਹਦਾ ਲਾਭ ਕੀ ਹੋਇਆ ਆਪਾਂ ਨੂੰ ਜ਼ਿੰਦਗੀ ਅੰਦਰ। ਹੈ ਕਬੀਰ ਤੇ ਅੰਤ ਬੇਗੂਤੇ ਆਇਆ ਕਾਲ ਨਿਦਾਨਾ। ਕੋਈ ਵੀ ਪ੍ਰਾਣੀ ਜਿਹੜਾ ਦੁਨੀਆ ਦੀ ਕੋਈ ਵੀ ਕਿਰਤ ਕਰਦਾ ਕੇਵਲ ਧਨ ਤੱਕ ਸੀਮਤ ਹੋ ਗਿਆ, ਜਾਂ ਹੰਕਾਰ ਜਾਂ ਵਿਕਾਰਾਂ ਤੱਕ ਸੀਮਤ ਹੋ ਗਿਆ। ਕਹਿਣ ਲੱਗੇ ਨੇ ਕਿ ਇਹ ਕਿ ਕਹਿ ਕਬੀਰ ਤੇ ਅੰਤ ਵਿਗੁੱਤੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਖੀਰ ਵੇਲੇ ਅਜਿਹੇ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ, ਝੂਰਨਾ ਪੈਂਦਾ ਹੈ। ਅਜਿਹੇ ਲੋਕ ਜਿਹੜੇ ਨੇ ਵਿਗੋਚੇ ਰਹਿੰਦੇ ਨੇ ਜਦੋਂ ਆਇਆ ਕਾਲ ਨਿਦਾਨਾ। ਅਖੀਰ ਵੇਲੇ ਜਦੋਂ ਕਾਲ ਆ ਕੇ ਉਹਨਾਂ ਨੂੰ ਪਕੜ ਲੈਂਦਾ ਉਦੋਂ ਫਿਰ ਕੀ ਹੁੰਦਾ ਹੈ? ਹੱਥ ਮਰੋੜੇ ਤਨ ਕੱਪੇ ਸਿਆਹੂ ਹੋਵਾ ਸੇਤ।
ਮਨੁੱਖ ਝੂਰਦਾ ਹੈ, ਦੁਖੀ ਹੁੰਦਾ ਹੈ, ਕਿਉਂਕਿ ਜਿਸ ਕੰਮ ਲਈ ਇੰਨਾ ਕੁਝ ਕੀਤਾ ਉਹ ਤੇ ਨਾਲ ਹੀ ਨਹੀਂ ਗਿਆ, ਨਾ ਧਨ ਨਾਲ ਗਿਆ, ਨਾ ਪਰਿਵਾਰ। ਭਗਤ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸਾਨੂੰ ਕਿਰਤ ਵਿਰਤ ਕਰਦੇ ਆ ਮਾਇਆ ਤੋਂ, ਮੋਹ ਤੋਂ ਉੱਚੇ ਉੱਠਣ ਦੀ ਜਿੱਥੇ ਪ੍ਰੇਰਨਾ ਕੀਤੀ ਹੈ, ਬਾਬਾ ਰਵਿਦਾਸ ਸਾਹਿਬ ਜੀ ਨੇ ਉੱਥੇ ਸਾਨੂੰ ਪਰਮਾਤਮਾ ਦੇ ਪਿਆਰ ਜੁੜ ਕੇ, ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਪ੍ਰਭੂ ਬੰਦਗੀ ਕਰਨ ਦੀ ਪ੍ਰੇਰਨਾ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ। ਅਸੀਂ ਭਗਤਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਜਿੱਥੇ ਆਤਮਿਕ ਆਨੰਦ ਮਾਣਨਾ ਹੈ, ਉੱਥੇ ਮਨੁੱਖੀ ਬਰਾਬਰਤਾ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜੋ ਸੰਘਰਸ਼ ਕਰ ਰਹੇ ਲੋਕ ਇਸ ਵੇਲੇ ਮਨੁੱਖੀ ਅਧਿਕਾਰਾਂ ਦੇ ਲਈ, ਕਿਰਤੀ ਲੋਕ ਜਿਹੜੇ ਬੈਠੇ ਨੇ, ਉਹਨਾਂ ਲਈ ਜੋ ਵੀ ਆਪਾਂ ਕਰ ਸਕਦੇ। ਸਿਆਣੇ ਕਹਿੰਦੇ ਨੇ ਹੋ ਸਕਦਾ ਸਾਥ ਦਿਓ, ਜੇ ਸਾਥ ਨਹੀਂ ਦੇ ਸਕਦੇ ਉਹਨਾਂ ਦੀ ਆਵਾਜ਼ ਉੱਚੀ ਉਠਾਓ, ਜੇ ਤੁਸੀਂ ਆਵਾਜ਼ ਨਹੀਂ ਉੱਠੀ ਸਕਦੇ ਉਹਨਾਂ ਲਈ ਹਾਂ ਦਾ ਨਾਰਾ ਮਾਰੋ, ਕੁਝ ਨਾ ਕੁਝ ਜ਼ਰੂਰ ਕਰੋ, ਜਿਹੜੇ ਕਿ ਕੇਵਲ ਕਿਰਤੀ ਲੋਕਾਂ ਦੇ ਲਈ ਏਡੇ ਵੱਡੇ ਸੰਘਰਸ਼ ਬੈਠੇ ਨੇ। ਇਹ ਸਮੁੱਚੀ ਮਾਨਵਤਾ ਦੇ ਅਧਿਕਾਰਾਂ ਦੀ ਗੱਲ ਹੈ, ਇਹ ਸਮੁੱਚੀ ਮਾਨਵਤਾ ਦੀ ਆਰਥਿਕ ਆਜ਼ਾਦੀ ਦੀ ਇੱਕ ਲਹਿਰ ਹੈ, ਜਿਹਦੇ 'ਚ ਆਪਾਂ ਵੀ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਪੜ੍ਹ ਰਹੇ ਨੇ, ਇਹਦੇ ਨਾਲ ਹੀ ਸਮਾਪਤੀ ਹੋਵੇਗੀ ਜੀ। ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗੁਮਾਨਾ। ਕਹੇ ਕਬੀਰ ਤੇ ਅੰਤ ਬੇਗੂਤੇ, ਆਇਆ ਕਾਲ ਨਿਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।